ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਜੀਕੇ ਦੀ MCQ ਸੀਰੀਜ਼ ਨੂੰ ਅੱਗੇ ਵਧਾਵਾਂਗੇ। ਫਰਦਰ ਉਹਦਾ ਸੈਸ਼ਨ ਹੈ ਜਿਹੜਾ ਅੱਗੇ ਕੰਟੀਨਿਊ ਕਰਾਂਗੇ। ਤਾਂ ਇਹ ਜੋ ਵੀਡੀਓਜ਼ ਨੇ ਆਪਣੇ ਆਉਣ ਵਾਲੇ ਪੰਜਾਬ ਦੇ ਫਰਦਰ ਪੇਪਰਾਂ ਦੇ ਵਿੱਚ ਤੁਹਾਨੂੰ ਬਹੁਤ ਹੈਲਪ ਕਰਨਗੀਆਂ। ਤਾਂ ਇਸ ਦੇ ਵਿੱਚ ਆਪਾਂ ਕੁਐਸਚਨ ਹੀ ਨਹੀਂ ਡਿਸਕਸ ਕਰਦੇ, ਇਸ ਤੋਂ ਇਲਾਵਾ ਫਰਦਰ ਹੋਰ ਵੀ ਇਨਫੋਰਮੇਸ਼ਨ ਹੈ ਜਿਹੜੀ ਉਹ ਤਿਆਰ ਕਰਦੇ ਆ। ਤਾਂ ਇਹ ਵੀਡੀਓ ਤੁਹਾਨੂੰ ਬਹੁਤ ਹੈਲਪ ਕਰੂਗੀ। ਆਪਣੀ ਜਿਹੜੀ ਅਕੈਡਮੀ ਹੈ ਉਹ ਮਾਨਸਾ ਦੇ ਵਿੱਚ ਆਫਲਾਈਨ ਵਰਕ ਕਰ ਰਹੀ ਹੈ। ਤਾਂ ਜਿਨ੍ਹਾਂ ਬੱਚਿਆਂ ਨੇ ਕੁਐਰੀ WhatsApp 'ਤੇ ਜਾਂ ਫੋਨ 'ਤੇ ਲੈਣੀ ਹੈ ਤਾਂ ਉਹ ਵੀ ਲੈ ਸਕਦੇ ਨੇ। ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਡਿਟੇਲ ਦਿੱਤੀ ਹੋਈ ਹੈ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਹੂ ਵਾਜ਼ ਦਾ ਫਰਸਟ ਫੀਮੇਲ ਗਵਰਨਰ ਆਫ ਇੰਡੀਆ? ਭਾਰਤ ਦੀ ਪਹਿਲੀ ਗਵਰਨਰ ਕੌਣ ਸੀਗੀ ਇੰਡੀਆ ਦੀ? ਤਾਂ ਉਹ ਸੀਗੇ ਜੀ ਸਰੋਜਨੀ ਨਾਇਡੂ। ਯਾਦ ਰੱਖਣਾ ਹੈ, ਇੰਪੋਰਟੈਂਟ ਕੁਐਸਚਨ ਹੈ ਜੀ। ਸਰੋਜਨੀ ਨਾਇਡੂ ਸੀਗੇ ਜਿਹੜੇ ਫਸਟ ਫੀਮੇਲ ਗਵਰਨਰ ਪੁੱਛੇ ਪੇਪਰ ਦੇ ਵਿੱਚ। ਤਾਂ ਸਰੋਜਨੀ ਨਾਇਡੂ ਸੀਗੇ। ਸਰੋਜਨੀ ਨਾਇਡੂ ਤੋਂ ਤੁਹਾਨੂੰ ਇੱਕ ਕੁਐਸਚਨ ਹੋਰ ਵੀ ਪੁੱਛਿਆ ਜਾ ਸਕਦਾ ਹੈ, ਉਹ ਇਹ ਹੈ ਜੀ ਕਿ INC ਇੰਡੀਅਨ ਨੈਸ਼ਨਲ ਕਾਂਗਰਸ ਦੀ ਇੰਡੀਅਨ ਪਹਿਲੀ ਭਾਰਤੀ ਜੋ ਫੀਮੇਲ ਪ੍ਰੈਜ਼ੀਡੈਂਟ ਕੌਣ ਸੀ ਜੀ? ਤਾਂ ਸਰੋਜਨੀ ਨਾਇਡੂ ਭਾਰਤ ਦੀ ਪਹਿਲੀ, ਠੀਕ ਹੈ, ਪਹਿਲੀ ਲੇਡੀ ਸੀਗੀ ਜੋ ਭਾਰਤ ਤੋਂ ਬਿਲੋਂਗ ਕਰਦੀ ਸੀ, ਉਹ ਪ੍ਰੈਜ਼ੀਡੈਂਟ ਬਣੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੀ। ਇੰਡੀਅਨ ਨੈਸ਼ਨਲ ਕਾਂਗਰਸ ਕਦੋਂ ਅਸਟੈਬਲਿਸ਼ ਹੋਈ ਜੀ? 1885 ਦੇ ਵਿੱਚ। ਕਿਹਨੇ ਅਸਟੈਬਲਿਸ਼ ਕੀਤੀ ਜੀ? AO ਹਿਊਮ ਨੇ। ਠੀਕ ਹੈ, ਤੇ ਇਹ ਗੱਲ ਤੁਸੀਂ ਯਾਦ ਰੱਖਿਓ। ਸੁਚਿਤਾ ਕਿਰਪਲਾਨੀ CM ਰਹਿ ਚੁੱਕੇ ਨੇ ਜੀ, ਪੇਪਰ ਦੇ ਵਿੱਚ ਪੁੱਛ ਲਏ। ਤਾਂ ਪਹਿਲੇ ਵੂਮੈਨ CM ਇੰਡੀਆ ਦੇ ਕੌਣ ਸੀਗੇ? ਤਾਂ ਉਹ ਸੀਗੇ ਜੀ ਕਿਸੇ ਵੀ ਸਟੇਟ ਤੋਂ, ਮਤਲਬ ਪੁੱਛ ਲਏ ਜੇ ਤਾਂ ਉਹ ਸੁਚਿਤਾ ਕਿਰਪਲਾਨੀ ਸੀਗੇ ਜੀ। ਠੀਕ ਹੈ, ਮੇਬੀ UP ਤੋਂ ਸੀਗੇ ਜੀ ਇਹ। ਠੀਕ ਹੈ, ਤਾਂ ਯਾਦ ਰੱਖਿਓ। ਐਨੀ ਬੇਸੰਤ ਸੀਗੇ ਜਿਹੜੇ INC ਦੇ ਵਿੱਚ ਫਸਟ ਵੂਮੈਨ ਪ੍ਰੈਜ਼ੀਡੈਂਟ ਆਫ INC ਪੁੱਛੇ ਤਾਂ ਤੁਸੀਂ ਕਹਿਣਾ ਜੀ ਐਨੀ ਬੇਸੈਂਟ ਜੀ ਸੀਗੇ ਜਿਹੜੇ ਇਹ ਆਇਰਿਸ਼ ਲੇਡੀ ਸੀਗੇ। ਠੀਕ ਹੈ, ਬੇਸਿਕਲੀ ਆਇਰਲੈਂਡ ਤੋਂ ਬਿਲੋਂਗ ਕਰਦੇ ਸੀ, ਆਇਰਿਸ਼ ਸੀਗੇ। ਠੀਕ ਹੈ, ਤੇ ਆਇਰਲੈਂਡ ਤੋਂ ਮੈਨੂੰ ਯਾਦ ਆਇਆ ਜੀ DPSP ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਰਾਜ ਦੇ ਨਿਰਦੇਸ਼ਕ ਸਿਧਾਂਤ। ਆਪਾਂ ਕਿਤੋਂ ਲਏ ਜੀ? ਆਇਰਲੈਂਡ ਤੋਂ ਲਏ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ। ਆਇਰਲੈਂਡ ਨੇ ਕਹਾਂ ਕਿਸ ਤੋਂ ਲਏ ਹੈ ਜੀ? ਉਹ ਲਏ ਹੈ ਜੀ ਸਪੇਨ ਤੋਂ। ਠੀਕ ਹੈ, ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਇੱਕ ਕੁਐਸਚਨ ਤੁਹਾਨੂੰ ਇਸ ਤੋਂ ਇਲਾਵਾ ਹੋਰ ਬਣਾ ਸਕਦਾ ਹੈ ਕਿ ਪਹਿਲੀ ਪ੍ਰਾਈਮ ਮਿਨਿਸਟਰ ਵਰਲਡ ਦੇ ਵਿੱਚ ਵੂਮੈਨ ਕਿਹੜੇ ਦੇਸ਼ ਦੀ ਬਣੀ ਜਾਂ ਕੌਣ ਬਣੀ? ਠੀਕ ਹੈ, ਤੇ ਇੱਕ ਤੁਹਾਨੂੰ ਪੁੱਛ ਸਕਦਾ ਹੈ ਫਸਟ ਵੂਮੈਨ ਪ੍ਰੈਜ਼ੀਡੈਂਟ, ਮਤਲਬ ਕਿਸੇ ਵੀ ਦੇਸ਼ ਦੀ ਹੋਵੇ ਤਾਂ ਉਹਦਾ ਨਾਮ ਦੱਸੋ ਜੀ। ਠੀਕ ਹੈ, ਤਾਂ ਜੇ PM ਦੀ ਗੱਲ ਕਰੂਗਾ ਤਾਂ ਉਹ ਸੀਗੇ ਜੀ ਸ਼੍ਰੀਲੰਕਾ ਦੀ ਬਣੀ ਸੀਗੀ ਪਹਿਲੀ ਵੂਮੈਨ ਪੁੱਛਿਆ ਜੀ ਜੇ। ਠੀਕ ਹੈ, ਜੇ ਵੂਮੈਨ ਪੁੱਛੇ ਤਾਂ ਸ਼੍ਰੀਲੰਕਾ ਦੀ ਬਣੀ ਸੀ, ਜਿਹਦਾ ਨਾਮ ਸੀ ਜੀ ਬੰਦਰਾ ਨਾਇਕੇ। ਠੀਕ ਹੈ ਜੀ, ਜੇ ਪ੍ਰੈਜ਼ੀਡੈਂਟ ਪੁੱਛੇ ਤਾਂ ਉਹ ਸੀਗੇ ਜੀ ਅਰਜਨਟੀਨਾ ਦੀ ਪਹਿਲੀ ਵੂਮੈਨ ਪ੍ਰੈਜ਼ੀਡੈਂਟ ਕਿਹੜੇ ਦੇਸ਼ ਦੀ ਬਣੀ? ਤਾਂ ਤੁਸੀਂ ਕਹੋਗੇ ਜੀ ਅਰਜਨਟੀਨਾ ਦੀ, ਜਿਹਦਾ ਨਾਮ ਸੀਗਾ ਜੀ ਮਾਰੀਆ ਐਸਟੈਲਾ ਪੈਰੋਨ। ਠੀਕ ਹੈ, ਮਾਰੀਆ ਐਸਟੈਲਾ ਪੈਰੋਨ। ਤੁਸੀਂ ਸਾਰਿਆਂ ਨੇ ਯਾਦ ਰੱਖਣਾ, ਮਾਰੀਆ ਰੱਖ ਸਕਦੇ ਹੋ, ਮਾਰੀਆ ਪੈਰੋਨ ਰੱਖ ਸਕਦੇ ਹੋ, ਮਾਰੀਆ ਸਟੈਲਾ ਯਾਦ ਰੱਖ ਲਓ। ਕਿਵੇਂ ਵੀ ਤੁਹਾਨੂੰ ਜੇ ਯਾਦ ਹੁੰਦਾ ਤੁਸੀਂ ਉਵੇਂ ਯਾਦ ਕਰ ਸਕਦੇ ਹੋ। ਠੀਕ ਹੈ ਜੀ, ਤੇ ਦੂਜਾ ਕੁਐਸਚਨ ਆ ਗਿਆ ਜੀ ਹੂ ਫਾਊਂਡਡ ਬ੍ਰਹਮੋ ਸਮਾਜ ਦੀ ਜਿਹੜੀ ਸਥਾਪਨਾ ਸੀ ਉਹ ਕਿਹਨੇ ਕੀਤੀ? ਤੇ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਰਾਜਾ ਰਾਮ ਮੋਹਨ ਰਾਏ ਨੇ 1828 ਦੇ ਵਿੱਚ ਹੈ ਜੀ ਜਿਹੜੀ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ। ਦੂਜਾ ਕੁਐਸਚਨ ਇਹ ਬਣਾ ਸਕਦਾ ਹੈ ਕਿ ਰਾਜਾ ਰਾਮ ਮੋਹਨ ਰਾਏ ਨੂੰ ਜਿਹੜਾ ਰਾਜਾ ਟਾਈਟਲ ਹੈ ਉਹ ਕਿਹਨੇ ਦਿੱਤਾ? ਤਾਂ ਅਕਬਰ II ਨੇ ਦਿੱਤਾ। ਹੁਣ ਤੁਹਾਨੂੰ ਕੀ ਹੈ ਜੀ, ਪੇਪਰ ਦੇ ਵਿੱਚ ਸਿੰਪਲ ਕੁਐਸਚਨ ਨਹੀਂ ਆਉਣਗੇ, ਡੀਪਲੀ ਥੋੜ੍ਹੇ ਜਿਹੇ ਪੁੱਛੂਗਾ ਤੇ ਈਜ਼ੀ ਵੀ ਹੋਣਗੇ। ਤੁਹਾਨੂੰ ਮਤਲਬ ਐਂ ਵੀ ਲੱਗੂ ਵੀ ਸਾਨੂੰ ਆਉਂਦੇ ਵੀ ਨੇ ਬਟ ਟ੍ਰਿਕੀ ਹੋਣਗੇ। ਠੀਕ ਹੈ, ਤਾਂ ਤੁਸੀਂ ਧਿਆਨ ਰੱਖਿਓ, ਰਾਜਾ ਜਿਹੜਾ ਟਾਈਟਲ ਦਿੱਤਾ ਉਹ ਅਕਬਰ II ਨੇ ਦਿੱਤਾ। ਠੀਕ ਹੈ, ਤੇ ਆਪਾਂ ਸ਼ੁਰੂ ਤੋਂ ਸਾਰੀਆਂ ਆਪਸ਼ਨਾਂ ਡਿਟੇਲ ਦੇ ਵਿੱਚ ਡਿਸਕਸ ਕਰ ਲੈਂਦੇ ਹਾਂ। ਸਵਾਮੀ ਦਇਆਨੰਦ ਸਰਸਵਤੀ, ਜਿਨ੍ਹਾਂ ਦਾ ਓਰੀਜਨਲ ਨੇਮ ਕੀ ਸੀਗਾ ਜੀ? ਮੂਲ ਸ਼ੰਕਰ। ਪੇਪਰ ਦੇ ਵਿੱਚ ਪੁੱਛ ਲਏ ਸਵਾਮੀ ਦਇਆਨੰਦ ਸਰਸਵਤੀ ਦਾ ਜਿਹੜਾ ਓਰੀਜਨਲ ਨੇਮ ਸੀ ਉਹ ਕੀ ਸੀਗਾ ਜੀ? ਤਾਂ ਮੂਲ ਸ਼ੰਕਰ ਸੀਗਾ ਜੀ। ਠੀਕ ਹੈ, ਸਵਾਮੀ ਦਇਆਨੰਦ ਸਰਸਵਤੀ ਜੀ ਨੇ ਜਿਹੜਾ ਸਮਾਜ ਚਲਾਇਆ ਸੀ, ਜਿਹਦੀ ਸਥਾਪਨਾ ਕੀਤੀ ਸੀਗੀ ਜੀ, ਉਹ ਸੀਗੇ ਜੀ ਆਰਿਆ ਸਮਾਜ। ਪੇਪਰ ਦੇ ਵਿੱਚ ਤੁਹਾਨੂੰ ਪੁੱਛਣ ਆਰਿਆ ਸਮਾਜ ਦੀ ਜਿਹੜੀ ਸਥਾਪਨਾ ਕੀਤੀ ਉਹ ਕਿਹਨੇ ਕੀਤੀ? ਸਵਾਮੀ ਦਇਆਨੰਦ ਸਰਸਵਤੀ ਜੀ ਨੇ ਕੀਤੀ। ਇਸ ਤੋਂ ਇਲਾਵਾ ਪੇਪਰ ਦੇ ਵਿੱਚ ਤੁਹਾਨੂੰ 3 ਬੁੱਕਸ ਪੁੱਛ ਲੈਣਗੇ ਸਵਾਮੀ ਦਇਆਨੰਦ ਸਰਸਵਤੀ ਦੇ ਨਾਲ ਰਿਲੇਟਡ। ਤਾਂ ਉਹ ਸੀਗੇ ਜੀ ਸਤਿਆਰਥਾ ਪ੍ਰਕਾਸ਼,
सत्यार्था प्रकाश। ठीक है जी। दूजी किताब हैगी जी वेद भाषा भूमिका। ये ईजी ने, कोई ਇਹੋ ਜਿਹੀ ਗੱਲ ਨਹੀਂ ਹੈਗੀ ਤੁਸੀਂ ਕਿਤੇ ਨਾਮ ਸੁਣ ਕੇ ਡਰ ਨਾ ਜਾਇਓ। ਠੀਕ ਹੈ, ਇੱਕ ਵਾਰ ਧਿਆਨ ਨਾਲ ਸੁਣੋਗੇ ਤਾਂ ਲੈਕਚਰਸ ਦੇ ਵਿੱਚ ਮੈਂ ਰਿਪੀਟ ਕਰਦਾ ਰਹੂੰਗਾ ਤਾਂ ਜੋ ਤੁਹਾਨੂੰ ਕੀ ਹੈ ਜੀ ਪੱਕੀਆਂ ਯਾਦ ਹੋ ਜਾਣ। ਇੰਪੋਰਟੈਂਟ ਨੇ ਜੀ, ਹੁਣ ਉਹ ਸੌਖੀਆਂ ਕਿਤਾਬਾਂ ਨਹੀਂ ਪੁੱਛੂਗਾ। ਸਤਿਆਰਥਾ ਪ੍ਰਕਾਸ਼, ਵੇਦ ਭਾਸ਼ਾ ਭੂਮਿਕਾ, ਤੀਜੀ ਸੀਗੀ ਜੀ ਵੇਦ ਭਾਸ਼ਾ। ਠੀਕ ਹੈ, ਤੀਜੀ ਹੈਗੀ ਹੈ ਵੇਦ ਭਾਸ਼ਾ ਇਕੱਲੀ। ਠੀਕ ਹੈ, ਤਾਂ ਤਿੰਨ ਕਿਤਾਬਾਂ ਸੀ ਸਵਾਮੀ ਦਇਆਨੰਦ ਸਰਸਵਤੀ, ਓਰੀਜਨਲ ਨੇਮ ਮੂਲ ਸ਼ੰਕਰ। ਠੀਕ ਹੈ, ਆਰੀਆ ਸਮਾਜ ਦੀ ਸਥਾਪਨਾ ਕੀਤੀ ਜੀ 1875 ਦੇ ਵਿੱਚ। ਠੀਕ ਹੈ, ਇਹਨਾਂ ਨੇ ਜਿਹੜਾ ਤਿੰਨ ਸਲੋਗਨ ਵੀ ਦਿੱਤੇ ਨੇ ਜਿਨ੍ਹਾਂ ਦੇ ਨਾਮ ਹੈਗੇ ਨੇ ਜੀ, ਜਿਵੇਂ ਆਪਾਂ ਕਹਿ ਦਈਏ ਗੋ ਬੈਕ ਟੂ ਵੇਦਾਸ, ਵੇਦਾਂ ਵੱਲ ਮੁੜੋ। ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੈਣਗੇ ਜਿਹੜੇ ਮਤਲਬ ਸਲੋਗਨ ਆਪਾਂ ਕਹਿੰਦੇ ਨਾਰਾ ਟਾਈਪ ਸੀਗਾ। ਠੀਕ ਹੈ ਜੀ, ਉਹ ਕਿਹਨੇ ਦਿੱਤਾ? ਤਾਂ ਸਵਾਮੀ ਦਇਆਨੰਦ ਸਰਸਵਤੀ ਜੀ ਨੇ ਦਿੱਤਾ। ਠੀਕ ਹੈ ਜੀ। ਤੇ ਇੰਡੀਆ ਫॉर ਇੰਡੀਅਨਸ, ਇਹ ਵੀ ਬਹੁਤ ਪੁੱਛਿਆ ਜਾਂਦਾ ਪੇਪਰ। ਭਾਰਤ ਭਾਰਤੀਆਂ ਲਈ, ਮਤਲਬ ਇੰਡੀਆ ਫॉर ਇੰਡੀਅਨਸ ਕਿਹਨੇ ਦਿੱਤਾ ਜੀ ਇਹ ਟਰਮ ਜਾਂ ਇਹ ਸਲੋਗਨ ਦਿੱਤਾ ਜੀ? ਸਵਾਮੀ ਦਇਆਨੰਦ ਸਰਸਵਤੀ ਜੀ ਨੇ। ਠੀਕ ਹੈ, ਡੀ ਆਪਸ਼ਨ ਤੁਸੀਂ ਸਵਾਮੀ ਵਿਵੇਕਾਨੰਦ ਤੋਂ ਕੀ ਯਾਦ ਰੱਖ ਸਕਦੇ ਹੋ? ਸਵਾਮੀ ਵਿਵੇਕਾਨੰਦ ਦਾ ਜੀ ਓਰੀਜਨਲ ਨੇਮ ਸੀਗਾ ਜੀ, ਉਹ ਸੀਗਾ ਜੀ ਨਰਿੰਦਰ ਨਾਥ ਦੱਤ। ਠੀਕ ਹੈ, ਸੁਪਰ ਇੰਪੋਰਟੈਂਟ ਹੈ। ਸਵਾਮੀ ਵਿਵੇਕਾਨੰਦ ਜੀ ਨੇ ਕਾਹਦੀ ਸਥਾਪਨਾ ਕੀਤੀ ਸੀ ਜੀ? ਰਾਮ ਕ੍ਰਿਸ਼ਨ ਮਿਸ਼ਨ। ਠੀਕ ਹੈ, ਰਾਮ ਕ੍ਰਿਸ਼ਨ ਮਿਸ਼ਨ ਦੀ ਜਿਹੜੀ ਸਥਾਪਨਾ ਕੀਤੀ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਸਵਾਮੀ ਵਿਵੇਕਾਨੰਦ ਜੀ ਨੇ ਕੀਤੀ। ਸਵਾਮੀ ਵਿਵੇਕਾਨੰਦ ਜੀ ਤੋਂ ਤੁਸੀਂ ਇੱਕ ਗੱਲ ਹੋਰ ਯਾਦ ਰੱਖ ਸਕਦੇ ਹੋ, ਇਹਨਾਂ ਦੀਆਂ ਦੋ ਮਤਲਬ ਕਿਤਾਬਾਂ ਯਾਦ ਰੱਖ ਸਕਦੇ ਹੋ। ਕਿਹੜੀਆਂ ਕਿਹੜੀਆਂ? ਇੱਕ ਹੈਗੇ ਜੀ ਪ੍ਰਬੁੱਧਾ ਭਾਰਤ, ਪ੍ਰਬੁੱਧਾ ਭਾਰਤ। ਠੀਕ ਹੈ ਜੀ। ਇੱਕ ਸੀਗੀ ਜੀ ਉਦਬੋਧਨਾ। ਠੀਕ ਹੈ, ਥੋੜੀਆਂ ਜਿਹੀਆਂ ਮਤਲਬ ਨਾਮ ਥੋੜ੍ਹੇ ਡਿਫੀਕਲਟ ਨੇ, ਪਰ ਜੇ ਇੱਕ ਵਾਰ ਪ੍ਰੈਕਟਿਸ ਕਰੋਗੇ ਤਾਂ ਜ਼ਰੂਰ ਤੁਹਾਡੇ ਕੀ ਹੈ ਜੀ ਯਾਦ ਰਹਿ ਜਾਣਗੇ। ਪ੍ਰਬੁੱਧਾ ਭਾਰਤ ਤੇ ਉਦਬੋਧਨਾ ਇਹ ਕਿਹਦੀਆਂ ਕਿਤਾਬਾਂ ਨੇ ਪੇਪਰ ਦੇ ਵਿੱਚ ਪੁੱਛ ਲਏ ਤਾਂ ਸਵਾਮੀ ਵਿਵੇਕਾਨੰਦ। ਇਹਨਾਂ ਨੇ ਜਿਹੜਾ ਮਿਸ਼ਨ ਸਥਾਪਿਤ ਕੀਤਾ ਉਹ ਰਾਮ ਕ੍ਰਿਸ਼ਨ ਮਿਸ਼ਨ। ਠੀਕ ਹੈ, ਤਾਂ ਇੰਪੋਰਟੈਂਟ ਹੈ, ਧਿਆਨ ਦੇ ਵਿੱਚ ਰੱਖਿਓ। ਹੂ ਸੈਡ ਬੈਕ ਟੂ ਵੇਦਾਸ, ਆ ਦੇਖੋ ਜੀ ਉਹੀ ਕੁਐਸਚਨ ਫੇਰ ਆ ਗਿਆ। ਬੈਕ ਟੂ ਵੇਦਾਸ ਜਿਹੜੀ ਟਰਮ ਦਿੱਤੀ ਜਾਂ ਕਿਹਨੇ ਕਿਹਾ? ਤਾਂ ਇਹਦਾ ਸਹੀ ਆਨਸਰ ਹੈਗਾ ਜੀ ਸਵਾਮੀ ਦਇਆਨੰਦ ਸਰਸਵਤੀ ਜੀ ਨੇ। ਠੀਕ ਹੈ, ਇੱਕ ਇਹਨਾਂ ਨੇ ਸਲੋਗਨ ਹੋਰ ਦਿੱਤਾ ਜੀ ਇੰਡੀਆ ਫॉर ਇੰਡੀਅਨਸ, ਪੇਪਰ ਦੇ ਵਿੱਚ ਪੁੱਛ ਲਏ ਤਾਂ ਸਵਾਮੀ ਦਇਆਨੰਦ ਸਰਸਵਤੀ ਜੀ ਨੇ ਦਿੱਤਾ। ਸਵਾਮੀ ਦਇਆਨੰਦ ਸਰਸਵਤੀ ਜੀ ਨੇ ਆਰਿਆ ਸਮਾਜ ਦੀ ਕੀ ਹੈ ਜੀ ਸਥਾਪਨਾ ਕੀਤੀ ਹੈ। ਕਦੋਂ? 1875 ਦੇ ਵਿੱਚ। ਇਹ ਵੀ ਯਾਦ ਰੱਖਣਾ ਹੈ। ਸਵਾਮੀ ਦਇਆਨੰਦ ਸਰਸਵਤੀ ਜੀ ਦਾ ਓਰੀਜਨਲ ਨੇਮ ਕੀ ਸੀ ਜੀ? ਮੂਲ ਸ਼ੰਕਰ। ਠੀਕ ਹੈ, ਮੂਲ ਸ਼ੰਕਰ ਪੇਪਰ ਦੇ ਵਿੱਚ ਪੁੱਛ ਲਏ। ਸਵਾਮੀ ਦਇਆਨੰਦ ਸਰਸਵਤੀ ਜੀ ਦਾ ਨਾਮ ਸੀਗਾ ਜੀ। ਠੀਕ ਹੈ, ਇੰਡੀਆ ਰੌਕਸ ਐਂਡ ਏਜਸ, ਇਹ ਵੀ ਪੇਪਰ ਦੇ ਵਿੱਚ ਪੁੱਛ ਲੈਂਦਾ ਹੈ। ਇੰਡੀਆ ਰੌਕਸ ਐਂਡ ਏਜਸ, ਇਹ ਵੀ ਮਤਲਬ ਕਿਹਨੇ ਦਿੱਤੀ ਸੀਗੀ ਜੀ ਟਰਮ? ਤਾਂ ਟਰਮ ਨਹੀਂ, ਆਪਾਂ ਵਰਡ ਕਹਿ ਸਕਦੇ ਨੇ, ਮਤਲਬ ਇਹ ਕਿਹਦੇ ਸ਼ਬਦ ਨੇ? ਤਾਂ ਤੁਸੀਂ ਕਹਿ ਸਕਦੇ ਹੋ ਸਵਾਮੀ ਦਇਆਨੰਦ ਸਰਸਵਤੀ ਜੀ ਨੇ ਦਿੱਤੇ ਨੇ। ਠੀਕ ਹੈ, ਤੇ ਹੋਰ ਤੁਸੀਂ ਯਾਦ ਰੱਖ ਸਕਦੇ ਹੋ ਜਿਹੜਾ ਸਵਰਾਜ ਸ਼ਬਦ ਹੈ ਨਾ ਜੀ, ਸਵਰਾਜ ਤੁਸੀਂ ਬਹੁਤ ਸੁਣਿਆ ਹੋਊਗਾ। ਸਵਰਾਜ ਜਿਹੜਾ ਟਰਮ ਯੂਜ਼ ਕੀਤੀ ਸੀ ਉਹ 1906 ਦੇ ਵਿੱਚ ਕੀਤੀ ਸੀਗੀ ਜੀ, ਜਦੋਂ 1906 ਦਾ ਕੀ ਹੈ ਜੀ ਸੈਸ਼ਨ ਹੋਇਆ ਸੀਗਾ, ਜਿਹਦੇ ਪ੍ਰੈਜ਼ੀਡੈਂਟ ਸੀਗੇ ਜੀ ਦਾਦਾ ਬਾਈ ਨਹਿਰੂ ਜੀ। ਤੁਸੀਂ ਹਿਸਟਰੀ ਦੇ ਵਿੱਚ ਪੜ੍ਹਿਆ ਹੋਊਗਾ ਜੀ। ਠੀਕ ਹੈ, ਤਾਂ ਸਵਰਾਜ ਟਰਮ ਯੂਜ਼ ਕੀਤੀ ਸੀ 1906 ਦੇ ਵਿੱਚ। ਤੇ ਜਿਹੜੀ ਇਹ ਸਵਰਾਜ ਟਰਮ ਹੈ ਪੇਪਰ ਦੇ ਵਿੱਚ ਪੁੱਛ ਲੈਣ ਕਿਹਨੇ ਦਿੱਤੀ ਤਾਂ ਤੁਸੀਂ ਆਨਸਰ ਦਿਓਗੇ ਜੀ ਸਵਾਮੀ ਦਇਆਨੰਦ ਸਰਸਵਤੀ ਦੀ ਟਰਮ ਹੈ। ਬਟ 1906 ਦੇ ਵਿੱਚ ਦਾਦਾ ਬਾਈ ਨਹਿਰੂ ਜੀ ਨੇ ਕੀ ਹੈ ਜੀ ਇਹ ਯੂਜ਼ ਕੀਤੀ ਸੀ, ਆਪਦਾ ਗੋਲ ਲੈ ਕੇ ਚੱਲੇ ਸੀਗੇ ਉਹ। ਠੀਕ ਹੈ, ਤਾਂ ਬਹੁਤੇ ਬੱਚੇ ਕਨਫਿਊਜ਼ ਹੋਣਗੇ ਕਿ ਪੇਪਰ ਦੇ ਵਿੱਚ ਆ ਜਾਊਗਾ ਕੁਐਸਚਨ, ਉਹਦੇ ਵਿੱਚ ਦਾਦਾ ਬਾਈ ਨਹਿਰੂ ਜੀ ਵੀ ਆਪਸ਼ਨ 'ਚ ਪਿਆ ਹੋਊਗਾ ਤੇ ਦਇਆਨੰਦ ਸਰਸਵਤੀ ਵੀ ਪਿਆ ਹੋਊਗਾ। ਠੀਕ ਹੈ, ਬਟ ਜਦੋਂ ਟਰਮ ਪੁੱਛੇ ਕਿਹਨੇ ਦਿੱਤੀ ਤਾਂ ਦਇਆਨੰਦ ਸਰਸਵਤੀ ਨੇ ਦਿੱਤੀ। ਬਟ ਯੂਜ਼ ਜਿਹੜਾ ਮਤਲਬ ਗੋਲ ਸੀਗਾ ਉਹ ਸਵਰਾਜ ਕਿਹੜੇ ਸੈਸ਼ਨ 'ਚ ਯੂਜ਼ ਕੀਤਾ? ਦਾਦਾ ਬਾਈ ਨਹਿਰੂ ਜੀ ਨੇ ਤਾਂ 1906 ਵਾਲੇ ਸੈਸ਼ਨ ਦੇ ਵਿੱਚ ਕੀਤਾ। ਠੀਕ ਹੈ ਜੀ। ਮਦਨ ਮੋਹਨ ਮਾਲਵੀਆ ਤੋਂ ਕੀ ਯਾਦ ਰੱਖ ਸਕਦੇ ਹੋ ਤੁਸੀਂ ਜੀ? ਇਹਨਾਂ ਨੂੰ ਕਹਿੰਦੇ ਨੇ ਮਹਾਮਾਨਾ। ਠੀਕ ਹੈ, ਨਿਕਨੇਮ ਹੈ ਜੀ ਇਹਨਾਂ ਦਾ ਮਹਾਮਾਨਿਆ ਜਾਂ ਮਹਾਮਾਨਾ। ਕਿਹਨੂੰ ਕਿਹਾ ਜਾਂਦਾ ਪੇਪਰ ਦੇ ਵਿੱਚ ਪੁੱਛ ਲੈਣ? ਮਦਨ ਮੋਹਨ ਮਾਲਵੀਆ ਨੂੰ ਕਿਹਾ ਜਾਂਦਾ ਜੀ। ਠੀਕ ਹੈ, ਤੇ ਦੁਰਗਿਆਣਾ ਮੰਦਿਰ ਹੈ ਜੀ ਇੱਕ ਅੰਮ੍ਰਿਤਸਰ ਦੇ ਵਿੱਚ, ਦੁਰਗਿਆਣਾ ਮੰਦਿਰ। ਠੀਕ ਹੈ, ਪਹਿਲੀ ਗੱਲ ਤਾਂ ਜਿਹੜੇ ਬੱਚੇ ਪੰਜਾਬ ਦੀ ਤਿਆਰੀ ਕਰ ਰਹੇ ਨੇ ਬਹੁਤ ਪੇਪਰ ਦੇ ਵਿੱਚ ਆਉਂਦਾ ਹੈ
ਦਰਗਿਆਣਾ ਮੰਦਿਰ ਹੈ ਜਿਹੜਾ ਉਹ ਕਿੱਥੇ ਹੈ, ਤਾਂ ਤੁਸੀਂ ਕਹੋਗੇ ਜੀ ਅੰਮ੍ਰਿਤਸਰ। ਠੀਕ ਹੈ। ਦੂਜੀ ਗੱਲ, ਦਰਗਿਆਣਾ ਮੰਦਿਰ ਦਾ ਜਿਹੜਾ ਨੀਂਹ ਪੱਥਰ ਰੱਖਿਆ ਉਹ ਕਿਹਨੇ ਰੱਖਿਆ ਜੀ, ਤਾਂ ਉਹ ਮਦਨ ਮੋਹਨ ਮਾਲਵੀਆ ਜੀ ਨੇ ਰੱਖਿਆ ਸੀ, ਧਿਆਨ ਰੱਖਿਓ। ਰਾਜਾ ਰਾਮ ਮੋਹਨ ਰਾਏ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਜੀ, ਬ੍ਰਹਮੋ ਸਮਾਜ ਦੀ ਇਹਨਾਂ ਨੇ ਕੀ ਕੀਤੀ ਹੈ, ਸਥਾਪਨਾ ਕੀਤੀ ਹੈ। ਠੀਕ ਹੈ। 1828 ਦੇ ਵਿੱਚ ਇਹਦੀ ਸਥਾਪਨਾ ਕੀਤੀ ਸੀਗੀ ਜੀ, ਇਹ ਵੀ ਗੱਲ ਤੁਸੀਂ ਯਾਦ ਰੱਖਿਓ। ਰਾਜਾ ਦਾ ਜਿਹੜਾ ਟਾਈਟਲ ਦਿੱਤਾ ਉਹ ਕਿਹਨੇ ਦਿੱਤਾ ਜੀ, ਅਕਬਰ ਟੂ ਨੇ ਦਿੱਤਾ। ਠੀਕ ਹੈ, ਇਹ ਵੀ ਯਾਦ ਰੱਖਿਓ। ਸਵਾਮੀ ਵਿਵੇਕਾਨੰਦ ਨੇ ਕਿਹੜੇ ਮਿਸ਼ਨ ਦੀ ਸਥਾਪਨਾ ਕੀਤੀ ਜੀ, ਤਾਂ ਰਾਮ ਕ੍ਰਿਸ਼ਨ ਮਿਸ਼ਨ। ਠੀਕ ਹੈ, ਯਾਦ ਰੱਖਿਓ, ਇੰਪੋਰਟੈਂਟ ਹੈ। ਫੋਰਥ ਕੁਐਸਚਨ ਤੇ ਚੱਲਦੇ ਹਾਂ ਜੀ, ਹੂ ਰੋਟ ਅਰਥ ਸ਼ਾਸਤਰ। ਅਰਥ ਸ਼ਾਸਤਰ ਕਿਹਨੇ ਲਿਖੀ ਸੀ, ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਤਾਂ ਡੀ ਆਪਸ਼ਨ ਇਹਦਾ ਕੀ ਹੈ, ਸਹੀ ਆਨਸਰ ਹੈ ਕੌਟਲਿਆ। ਕੌਟਲਿਆ ਨੇ ਅਰਥ ਸ਼ਾਸਤਰ ਲਿਖੀ ਸੀ। ਕੌਟਲਿਆ ਦਾ ਜਿਹੜਾ ਹੋਰ ਨਾਮ ਹੈ ਜੀ ਉਹ ਆਪਾਂ ਯਾਦ ਰੱਖ ਸਕਦੇ ਹਾਂ, ਚਾਣਕਿਆ। ਠੀਕ ਹੈ, ਪੇਪਰ ਦੇ ਵਿੱਚ ਪੁੱਛ ਲਿਆ ਚਾਣਕਿਆ ਕਿਹਨੂੰ ਕਿਹਾ ਜਾਂਦਾ ਹੈ, ਕੌਟਲਿਆ ਨੂੰ। ਇਹਨਾਂ ਦਾ ਹੋਰ ਨਾਮ ਕੀ ਹੈ ਜੀ, ਵਿਸ਼ਨੂੰ ਗੁਪਤ। ਵਿਸ਼ਨੂੰ ਗੁਪਤਾ ਜਾਂ ਵਿਸ਼ਨੂੰ ਗੁਪਤ। ਠੀਕ ਹੈ, ਯਾਦ ਰੱਖਿਓ, ਤਿੰਨੇ ਨਾਮ ਕੀ ਹੈ ਜੀ, ਕੌਟਲਿਆ ਦੇ ਨੇ। ਅਰਥ ਸ਼ਾਸਤਰ ਬੇਸਿਕਲੀ ਕੋਈ ਇਕਨੋਮਿਕਸ ਦੀ ਬੁੱਕ ਨਹੀਂ ਸੀ, ਇਹ ਕੀ ਸੀਗਾ ਜੀ, ਇਹਦੇ ਵਿੱਚ ਦੱਸਿਆ ਗਿਆ ਵੀ ਤੁਸੀਂ ਆਪਣਾ ਜਿਹੜਾ ਰਾਜ ਭਾਗ ਆ ਉਹ ਕਿਵੇਂ ਚਲਾਉਣਾ ਹੈ। ਮਤਲਬ ਤੁਸੀਂ ਆਪਸ ਜਿਹੜੀਆਂ ਤੁਹਾਡੀਆਂ ਨੇਬਰ ਕੰਟਰੀਜ਼ ਨੇ, ਤੁਹਾਡੇ ਗਵਾਂਢੀ ਲੋਕ ਨੇ, ਉਹਨਾਂ ਦੇ ਨਾਲ ਚੰਗੇ ਰਿਸ਼ਤੇ ਵਗੈਰਾ ਕਿਵੇਂ ਮਤਲਬ ਕਰਨੇ ਨੇ, ਤਾਂ ਜਿਹੜਾ ਮਤਲਬ ਸ਼ਾਸਨ ਕਰਨ ਦੀ ਜਿਹੜੀ ਮਤਲਬ ਤਕਨੀਕ ਹੈ, ਜਾਂ ਆਪਾਂ ਕਹਿ ਦਈਏ ਕਿਵੇਂ ਸ਼ਾਸਨ ਕਰਨਾ, ਤਾਂ ਉਹ ਸਾਰਾ ਇਸ ਕਿਤਾਬ ਦੇ ਵਿੱਚ ਦੱਸਿਆ ਹੋਇਆ। ਠੀਕ ਹੈ। ਮੈਗਸਥਨੀਜ਼ ਤੋਂ ਤੁਸੀਂ ਕੀ ਯਾਦ ਰੱਖ ਸਕਦੇ ਹੋ, ਮੈਗਸਥਨੀਜ਼ ਨੇ ਇੱਕ ਬੁੱਕ ਲਿਖੀ ਸੀਗੀ ਜੀ, ਕੀ ਨਾਮ ਸੀ ਉਹਦਾ, ਇੰਡੀਕਾ। ਠੀਕ ਹੈ, ਇੰਡੀਕਾ ਕਿਤਾਬ ਪੇਪਰ ਦੇ ਵਿੱਚ ਪੁੱਛ ਲੈਣ ਕਿਹਨੇ ਲਿਖੀ ਹੈ, ਤਾਂ ਮੈਗਸਥਨੀਜ਼ ਨੇ ਲਿਖੀ ਹੈ। ਚਾਣਕਿਆ ਸੀਗਾ ਜਿਹੜਾ, ਮੈਂ ਚਾਣਕਿਆ ਦੇ ਬਾਰੇ ਹੋਰ ਗੱਲ ਦੱਸ ਸਕਦਾ ਜੀ ਤੁਹਾਨੂੰ, ਕਿ ਚੰਦਰਗੁਪਤ ਮੌਰਿਆ ਨੂੰ ਜਿਹੜਾ ਮਤਲਬ ਲੈ ਕੇ ਆਉਣ ਵਾਲਾ ਸੀਗਾ ਉਹ ਕੌਣ ਸੀਗਾ ਜੀ, ਚਾਣਕਿਆ ਹੀ ਲੈ ਕੇ ਆਇਆ ਸੀ ਚੰਦਰਗੁਪਤ ਮੌਰਿਆ ਨੂੰ। ਠੀਕ ਹੈ। ਮੈਗਸਥਨੀਜ਼ ਕੀ ਸੀਗਾ ਜੀ, ਇੰਡੀਕਾ ਇਹਨੇ ਕਿਤਾਬ ਲਿਖੀ ਹੈ। ਤੇ ਇਹ ਜਿਹੜਾ ਇੱਕ ਜਦੋਂ ਅਲੈਗਜ਼ੈਂਡਰ ਆਇਆ ਸੀ, ਉਹ ਆਪਣਾ ਨਾਰਥ ਵੈਸਟ ਦੇ ਵਿੱਚ ਸੈਲਿਕਸ ਨਿਕੇਟਰ ਨਾਮ ਦੇ ਬੰਦੇ ਨੂੰ ਕੀ ਹੈ ਜੀ, ਨਾਰਥ ਵੈਸਟ ਏਰੀਆ ਜਿਹੜਾ ਉਹ ਸੰਭਾ ਕੇ ਗਿਆ ਸੀ, ਮਤਲਬ ਦੇ ਕੇ ਗਿਆ ਸੀਗਾ। ਠੀਕ ਹੈ। ਤੇ ਉਹਨੇ ਮਤਲਬ ਸੈਲਿਕਸ ਨਿਕੇਟਰ ਨੇ ਮੈਗਸਥਨੀਜ਼ ਨੂੰ ਕੀ ਹੈ, ਚੰਦਰਗੁਪਤ ਮੌਰਿਆ ਦੀ ਫਿਰ ਕੋਰਟ ਦੇ ਵਿੱਚ ਮਤਲਬ ਅੰਬੈਸਡਰ ਭੇਜਿਆ ਸੀ। ਠੀਕ ਹੈ। ਤਾਂ ਕਿਵੇਂ, ਮੈਂ ਤੁਹਾਨੂੰ ਦੁਬਾਰੇ ਦੱਸਦਾ, ਮੈਗਸਥਨੀਜ਼ ਸੀਗਾ ਜਿਹੜਾ ਉਹ ਸੈਲਿਕਸ ਨਿਕੇਟਰ ਦਾ ਕੀ ਸੀਗਾ, ਅੰਬੈਸਡਰ ਸੀਗਾ। ਇੰਨੀ ਗੱਲ ਕਲੀਅਰ ਹੈ। ਕਿਹਦੀ ਕੋਰਟ ਦੇ ਵਿੱਚ ਭੇਜਿਆ ਸੈਲਿਕਸ ਨਿਕੇਟਰ ਨੇ, ਚੰਦਰਗੁਪਤ ਮੌਰਿਆ ਦੀ ਕੋਰਟ ਦੇ ਵਿੱਚ ਭੇਜਿਆ। ਮੈਗਸਥਨੀਜ਼ ਨੇ ਬੁੱਕ ਜਿਹੜੀ ਲਿਖੀ ਹੈ ਉਹ ਲਿਖੀ ਹੈ ਇੰਡੀਕਾ ਲਿਖੀ ਹੈ ਜੀ। ਠੀਕ ਹੈ। ਤੇ ਤੇ ਬਸ ਇਸ ਤੋਂ ਇਲਾਵਾ ਨਹੀਂ ਤੁਸੀਂ ਯਾਦ ਰੱਖਣਾ, ਵੇਦ ਵਿਆਸ, ਮਹਾਰਿਸ਼ੀ ਵੇਦ ਵਿਆਸ ਨੇ ਜਿਹੜੀ ਮਤਲਬ ਲਿਖਿਆ, ਕੀ ਲਿਖਿਆ ਜੀ, ਮਹਾਭਾਰਤ। ਪੇਪਰ ਦੇ ਵਿੱਚ ਪੁੱਛ ਲੈਣ ਮਹਾਭਾਰਤ ਕਿਹਨੇ ਲਿਖਿਆ ਜੀ, ਤਾਂ ਮਹਾਰਿਸ਼ੀ ਵੇਦ ਵਿਆਸ ਜੀ ਨੇ ਲਿਖਿਆ। ਭਗਵਤ ਗੀਤਾ ਬਹੁਤ ਇੰਪੋਰਟੈਂਟ ਹੈ ਜੀ, ਭਗਵਤ ਗੀਤਾ ਜਿਹੜੀ, ਇਹ ਵੀ ਕਿਹਨੇ ਲਿਖੀ ਹੈ ਜੀ, ਮਹਾਰਿਸ਼ੀ ਵੇਦ ਵਿਆਸ ਨੇ। ਐਕਚੁਅਲ ਦੇ ਵਿੱਚ ਭਗਵਤ ਗੀਤਾ ਆਪਾਂ ਮਤਲਬ ਐਕਸਟਰੈਕਟ ਕੀਤੀ ਹੈ, ਉਹ ਕਿੱਥੋਂ ਕੀਤੀ ਹੈ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ, ਤਾਂ ਮਹਾਭਾਰਤ ਦੇ ਵਿੱਚੋਂ ਹੀ ਕੀ ਹੈ ਜੀ, ਐਕਸਟਰੈਕਟ ਕੀਤੀ ਹੈ। ਕਿਹੜੇ ਪਰਬਣ ਚੋਂ, ਭੀਸ਼ਮ ਪਰਬਣ ਚੋਂ। ਮੈਂ ਤੁਹਾਨੂੰ ਦੱਸਦਾ, ਇੱਕ ਵਾਰ ਨੋਟ ਕਰੋ ਇਹ ਚੀਜ਼, ਭੀਸ਼ਮ ਪਰਬਣ। ਪਹਿਲੀ ਗੱਲ ਤਾਂ ਇਹ ਜੀ, ਪਰਬਣ ਕੀ ਹੁੰਦੇ ਨੇ, ਜਿਵੇਂ ਆਪਾਂ ਕਹਿ ਦਈਏ ਚੈਪਟਰ। ਠੀਕ ਹੈ ਜੀ। ਮਹਾਭਾਰਤ ਦੇ ਵਿੱਚ ਟੋਟਲ ਪੁੱਛ ਲੈਣ ਤਾਂ 18 ਚੈਪਟਰ ਨੇ ਜੀ। ਠੀਕ ਹੈ, ਇੰਨੀ ਗੱਲ ਕਲੀਅਰ ਹੈ। 18 ਚੈਪਟਰ ਦੇ ਵਿੱਚ ਇੱਕ ਚੈਪਟਰ ਹੈ ਜੀ ਭੀਸ਼ਮ ਪਰਬਣ। ਠੀਕ ਹੈ, ਇੱਕ ਪਰਬਣ ਹੈ ਜੀ ਭੀਸ਼ਮ ਪਰਬਣ, ਜਿਹਦੇ ਵਿੱਚੋਂ ਭਗਵਤ ਗੀਤਾ ਜਿਹੜੀ ਉਹ ਲਈ ਗਈ ਹੈ। ਠੀਕ ਹੈ, ਇੰਨੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਤੁਸੀਂ। ਸ਼ਾਂਤੀ ਪਰਬਣ ਹੈ ਜਿਹੜਾ, ਪੇਪਰ ਦੇ ਵਿੱਚ ਪੁੱਛ ਲੈਣ, ਸ਼ਾਂਤੀ ਪਰਬਣ ਹੈ ਜਿਹੜਾ ਇਹ ਸਾਰਿਆਂ ਨਾਲੋਂ ਵੱਡਾ ਪਰਬਣ ਹੈ ਜੀ। ਠੀਕ ਹੈ, ਤਾਂ ਲਾਰਜੈਸਟ ਪਰਬਣ। ਠੀਕ ਹੈ, ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਮਨਮੋਹਨ ਸਿੰਘ ਜੀ ਤੁਹਾਨੂੰ ਪਤਾ ਹੀ ਹੈ, ਡਾਕਟਰ ਮਨਮੋਹਨ ਸਿੰਘ ਆਪਣੇ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਨੇ 2005 ਤੋਂ ਲੈ ਕੇ 2015 ਤੱਕ। ਇੰਨੀ ਗੱਲ ਕਲੀਅਰ ਹੈ। ਇੱਕ ਗੱਲ ਤੋਂ ਅਸੀਂ ਹੋਰ ਯਾਦ ਰੱਖਣੀ ਹੈ, ਮਨਮੋਹਨ ਸਿੰਘ ਸੀਗੇ ਜਿਹੜੇ 1991 ਦੇ ਵਿੱਚ ਇਹ ਫਾਈਨਾਂਸ ਮਿਨਿਸਟਰ ਰਹਿ ਚੁੱਕੇ ਨੇ। ਠੀਕ ਹੈ, ਕਈ ਵਾਰ ਪੇਪਰ ਦੇ ਵਿੱਚ ਪੁੱਛ ਲੈਣ, 1991 ਦੇ ਵਿੱਚ ਫਾਈਨਾਂਸ ਮਿਨਿਸਟਰ ਰਹਿ ਚੁੱਕੇ ਨੇ ਇਹ। ਉਦੋਂ ਇਹਨਾਂ ਨੇ ਪਹਿਲੀ ਗੱਲ ਇਹ ਵੀ, ਕਿਹਦੀ ਸਰਕਾਰ ਦੇ ਵਿੱਚ ਉਦੋਂ ਪ੍ਰਾਈਮ ਮਿਨਿਸਟਰ ਕੌਣ ਸੀਗੇ, ਤਾਂ ਉਹ ਸੀਗੇ ਜੀ ਨਰਸਿਮਹਾ ਰਾਓ ਦੀ ਸਰਕਾਰ ਦੇ ਵਿੱਚ ਫਾਈਨਾਂਸ ਮਿਨਿਸਟਰ ਰਹਿ ਚੁੱਕੇ ਨੇ ਡਾਕਟਰ ਮਨਮੋਹਨ ਸਿੰਘ। ਠੀਕ ਹੈ, ਉਦੋਂ ਇਹਨਾਂ ਨੇ ਜਿਹੜਾ ਮਤਲਬ 5 ਈਅਰ ਪਲੈਨਿੰਗ ਦੇ ਵਿੱਚ ਇੱਕ ਪਲਾਨ ਸੀਗਾ ਜੀ ਉਹ। ਠੀਕ ਹੈ, ਉਹਦਾ ਪਲਾਨ ਜਿਹੜਾ ਮਤਲਬ ਬਣਾਇਆ ਸੀ, ਉਹਦਾ ਨਾਮ ਸੀਗਾ ਜੀ LPG ਮਾਡਲ। ਠੀਕ ਹੈ,
LPG मॉडल पेपर ਦੇ ਵਿੱਚ ਪੁੱਛ ਲੈਂਦੇ ਆ ਕਦੋਂ ਆਇਆ 1991 ਦੇ ਵਿੱਚ ਆਇਆ। ਠੀਕ ਹੈ। ਕੌਣ ਲੈ ਕੇ ਆਇਆ? ਨਰਸਿਮਹਾ ਰਾਓ ਦੀ ਗਵਰਨਮੈਂਟ ਲੈ ਕੇ ਆਈ। ਉਹਦੇ ਵੇਲੇ ਜਿਹੜਾ ਫਾਈਨਾਂਸ ਮਿਨਿਸਟਰ ਸੀ ਉਹ ਕੌਣ ਸੀਗੇ ਜੀ? ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ। ਠੀਕ ਹੈ ਜੀ। LPG ਦੀ ਫੁੱਲ ਫਾਰਮ ਹੈਗੀ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਤੇ ਗਲੋਬਲਾਈਜੇਸ਼ਨ। ਠੀਕ ਹੈ। ਇੰਨੀ ਗੱਲ ਧਿਆਨ ਦੇ ਵਿੱਚ ਤੁਸੀਂ ਰੱਖਣੀ ਹੈ। Who was the permanent president of Constituent Assembly? Constituent Assembly ਦੇ permanent president ਪੁੱਛਿਆ ਜੀ ਤਾਂ ਤੁਸੀਂ ਲਾਓਗੇ ਜੀ ਡਾਕਟਰ ਰਜਿੰਦਰ ਪ੍ਰਸਾਦ ਨੂੰ ਕੀ ਹੈ ਜੀ permanent president ਲਾਇਆ ਗਿਆ। ਪਹਿਲੇ ਟੈਂਪਰੇਰੀ president ਕੌਣ ਸੀਗੇ ਜੀ? ਇੰਨੀ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਤਾਂ ਉਹ ਸੀਗੇ ਜੀ ਸੱਚਾਨੰਦਾ ਸਿਨਹਾ। 9 ਦਸੰਬਰ 1946 ਨੂੰ ਕੀ ਸੀਗੇ ਜੀ ਇਹ ਲੱਗੇ ਸੀਗੇ। ਫਸਟ ਮੀਟਿੰਗ ਹੋਈ ਸੀ ਕੌਂਸਟੀਟਿਊਂਟ ਅਸੈਂਬਲੀ ਦੀ। ਉਦੋਂ ਬਾਅਦ ਇਹਨਾਂ ਦੀ ਡੈਥ ਹੋ ਗਈ ਸੀ ਤਾਂ ਪਰਮਾਨੈਂਟ ਪ੍ਰੈਜ਼ੀਡੈਂਟ ਲਾ ਦਿੱਤੇ ਗਏ ਕੌਣ? ਰਜਿੰਦਰ ਪ੍ਰਸਾਦ। ਇੰਨੀ ਗੱਲ ਕਲੀਅਰ ਹੈ ਜੀ। ਹੁਣ ਇੱਥੇ ਤੁਹਾਨੂੰ ਕੀ ਹੈ ਜੀ ਕੌਂਸਟੀਟਿਊਂਟ ਅਸੈਂਬਲੀ ਦਿਸ ਰਹੀ ਹੈ ਤਾਂ ਕੌਂਸਟੀਟਿਊਂਟ ਅਸੈਂਬਲੀ ਪੇਪਰ ਦੇ ਵਿੱਚ ਪੁੱਛ ਰਹੇ ਨੇ ਕਿੰਨੇ ਮੈਂਬਰ ਸੀ ਟੋਟਲ ਤਾਂ ਤੁਸੀਂ ਕਹੋਗੇ ਜੀ 399 ਮੈਂਬਰ ਸੀ। ਠੀਕ ਹੈ। 292 93 ਪਲੱਸ 4 ਦਾ ਸੀਗਾ ਜੀ ਕੰਬੀਨੇਸ਼ਨ। ਇੰਨੀ ਗੱਲ ਕਲੀਅਰ ਹੈ। ਤੇ ਉਦੋਂ ਬਾਅਦ ਜਦੋਂ ਦੇਸ਼ ਦੀ ਵੰਡ ਹੋ ਚੁੱਕੀ ਹੈ ਜੀ ਠੀਕ ਹੈ ਮਤਲਬ ਦੇਸ਼ ਦੀ ਵੰਡ ਤੋਂ ਬਾਅਦ ਪੇਪਰ ਦੇ ਵਿੱਚ ਪੁੱਛ ਲੈਣ ਕਿ ਕੌਂਸਟੀਟਿਊਂਟ ਅਸੈਂਬਲੀ ਦੇ ਕਿੰਨੇ ਮੈਂਬਰ ਸੀ। ਇਹ ਬਹੁਤ ਪੁੱਛਦੇ ਨੇ ਪੇਪਰ ਦੇ ਤਾਂ 299 ਮੈਂਬਰ ਸੀ। ਠੀਕ ਹੈ। ਇੰਨੀ ਗੱਲ ਕਲੀਅਰ ਹੈ। ਬਟ ਉਦੋਂ ਬਾਅਦ ਜਿਹੜੇ ਸੈਸ਼ਨ ਦੇ ਵਿੱਚ ਪ੍ਰੈਜ਼ੈਂਟ ਹੋਏ ਉਹ ਕਿੰਨੇ ਹੋਏ ਜੀ? ਇਹ ਹੋਈ ਜੀ ਤੁਹਾਡੇ 284। ਠੀਕ ਹੈ। 284 ਜਿਹੜੇ ਮੈਂਬਰ ਸੀਗੇ ਉਦੋਂ ਬਾਅਦ ਕੀ ਹੈ ਜੀ ਪ੍ਰੈਜ਼ੈਂਟ ਹੋਏ। ਇੰਨੀ ਗੱਲ ਤੁਸੀਂ ਕੀ ਹੈ ਜੀ ਯਾਦ ਰੱਖਣੀ ਹੈ। ਤੇ ਆਪਣੇ ਜਿਹੜੀ ਹੋਰ ਤੁਸੀਂ ਯਾਦ ਰੱਖ ਸਕਦੇ ਹੋ ਹੋਰ ਤੁਸੀਂ ਯਾਦ ਰੱਖ ਸਕਦੇ ਹੋ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਬਾਰੇ ਯਾਦ ਰੱਖ ਸਕਦੇ ਹੋ ਕਿ ਇਹ ਫਸਟ ਐਜੂਕੇਸ਼ਨ ਮਿਨਿਸਟਰ ਸੀਗੇ ਜੀ। ਪਹਿਲੇ ਐਜੂਕੇਸ਼ਨ ਮਿਨਿਸਟਰ ਪੇਪਰ ਦੇ ਵਿੱਚ ਪੁੱਛ ਲੈਣ ਮੌਲਾਨਾ ਅਬੁਲ ਕਲਾਮ ਆਜ਼ਾਦ ਸੀਗੇ ਜੀ। 1940 ਦੇ ਵਿੱਚ INC ਦੇ ਸੈਸ਼ਨ ਦੇ ਇਹ ਪ੍ਰੈਜ਼ੀਡੈਂਟ ਵੀ ਰਹੇ ਨੇ। ਠੀਕ ਹੈ। ਪੇਪਰ 'ਚ ਪੁੱਛ ਲੈਣ ਤਾਂ ਉਦੋਂ 1940 ਦੇ ਵਿੱਚ ਕੀ ਆਫਰ ਆਇਆ ਸੀਗਾ ਜੀ? ਅਗਸਤ ਆਫਰ ਆਇਆ ਸੀਗਾ। ਠੀਕ ਹੈ। ਤਾਂ ਕਰਕੇ ਇਹ ਕੀ ਹੈ ਜੀ ਇੰਪੋਰਟੈਂਟ ਹੈ। ਅਗਸਤ ਆਫਰ ਕਦੋਂ ਆਇਆ? 1940 ਦੇ ਵਿੱਚ। 1940 ਦੇ ਵਿੱਚ ਆਪਣੇ INC ਦੇ ਪ੍ਰੈਜ਼ੀਡੈਂਟ ਕੌਣ ਸੀਗੇ? ਮੌਲਾਨਾ ਅਬੁਲ ਕਲਾਮ ਆਜ਼ਾਦ। ਠੀਕ ਹੈ ਜੀ। ਇੰਨੀ ਗੱਲ ਤੁਸੀਂ ਯਾਦ ਰੱਖਿਓ। ਤੇ ਇੱਕ ਮੈਂ ਤੁਹਾਨੂੰ ਹੋਰ ਦੱਸ ਸਕਦਾ ਜੀ BR ਅੰਬੇਦਕਰ। BR ਅੰਬੇਦਕਰ ਕੀ ਸੀਗੇ ਜੀ? ਡਰਾਫਟਿੰਗ ਕਮੇਟੀ ਸੀਗੇ ਜੀ ਉਹਦੇ ਕੀ ਸੀਗੇ ਇਹ ਚੇਅਰਮੈਨ ਸੀਗੇ। 7 ਮੈਂਬਰ ਸੀਗੇ ਡਰਾਫਟਿੰਗ ਕਮੇਟੀ ਦੇ। ਇੰਨੀ ਗੱਲ ਵੀ ਯਾਦ ਰੱਖਣੀ ਹੈ। ਡਰਾਫਟਿੰਗ ਕਮੇਟੀ ਬਣੀ ਕਦੋਂ? ਤਾਂ 29 ਅਗਸਤ 1947 ਨੂੰ ਕੀ ਹੈ ਜੀ ਡਰਾਫਟਿੰਗ ਕਮੇਟੀ ਬਣੀ ਹੈ। ਠੀਕ ਹੈ। ਇਹ ਗੱਲ ਵੀ ਯਾਦ ਰੱਖਿਓ। BR ਅੰਬੇਦਕਰ ਦੇ ਤੁਸੀਂ ਮਤਲਬ ਵਰਕ ਜਾਂ ਕਿਤਾਬਾਂ ਬੁੱਕਸ ਯਾਦ ਰੱਖ ਸਕਦੇ ਹੋ। ਮੂਕ ਨਾਇਕ ਪੇਪਰ ਦੇ ਵਿੱਚ ਬਹੁਤ ਪੁੱਛਦੇ ਨੇ। ਮੂਕ ਨਾਇਕ ਕਿਹਦੀ ਕਿਤਾਬ ਹੈ? ਤਾਂ BR ਅੰਬੇਦਕਰ ਦੀ। ਠੀਕ ਹੈ ਜੀ। ਇੱਕ ਤੁਸੀਂ ਹੋਰ ਯਾਦ ਰੱਖ ਸਕਦੇ ਹੋ ਵਿਸ਼ਿਸ਼ਟ ਭਾਰਤ। ਠੀਕ ਹੈ। ਵਿਸ਼ਿਸ਼ਟ ਭਾਰਤ ਇਹ ਵੀ ਗੱਲ ਤੁਸੀਂ ਯਾਦ ਰੱਖ ਸਕਦੇ ਹੋ। ਪੂਨਾ ਪੈਕਟ ਸਾਈਨ ਹੋਇਆ ਜੀ। ਠੀਕ ਹੈ। BR ਅੰਬੇਦਕਰ ਤੇ ਮਹਾਤਮਾ ਗਾਂਧੀ ਦੇ ਵਿਚਕਾਰ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ 1932 ਦੇ ਵਿੱਚ। ਠੀਕ ਹੈ ਜੀ। ਜਵਾਹਰ ਲਾਲ ਨਹਿਰੂ ਇੱਕ ਆਪਣੀ ਕਮੇਟੀ ਹੈ ਜੀ ਕੌਂਸਟੀਟਿਊਂਟ ਅਸੈਂਬਲੀ ਜਦੋਂ ਬਣੀ ਉਦੋਂ ਬਾਅਦ ਕਮੇਟੀਆਂ ਬਣੀਆਂ ਸੀ ਤਾਂ ਉਹਦੇ ਵਿੱਚ ਪ੍ਰਧਾਨ ਰਹੇ ਨੇ ਇਹ ਕਾਹਦੇ? ਫਾਈਨਾਂਸ ਕਮੇਟੀ ਦੇ। ਠੀਕ ਹੈ। ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੈਣ ਫਾਈਨਾਂਸ ਕਮੇਟੀ ਦੇ ਜਿਹੜੇ ਚੇਅਰਮੈਨ ਕੌਣ ਸੀਗੇ ਤਾਂ ਜਵਾਹਰ ਲਾਲ ਨਹਿਰੂ ਸੀਗੇ। ਜਵਾਹਰ ਲਾਲ ਨਹਿਰੂ ਦੀਆਂ ਤੁਸੀਂ 2 ਜਾਂ 3 ਕਿਤਾਬਾਂ ਪੱਕਾ ਹੀ ਯਾਦ ਰੱਖਣੀਆਂ। ਕਿਹੜੇ ਡਿਸਕਵਰੀ ਪੇਪਰ ਦੇ ਵਿੱਚ ਬਹੁਤ ਆਉਂਦੀ ਹੈ ਇਹ ਕਿਤਾਬ। ਡਿਸਕਵਰੀ ਆਫ ਇੰਡੀਆ ਕਿਹਦੀ ਕਿਤਾਬ ਹੈ? ਜਵਾਹਰ ਲਾਲ ਨਹਿਰੂ ਦੀ ਹੈ। ਠੀਕ ਹੈ ਜੀ। ਹੋਰ ਯਾਦ ਰੱਖ ਸਕਦੇ ਹੋ ਤੁਸੀਂ ਗਲਿੰਪਸ ਆਫ ਵਰਲਡ ਇਹ ਇੰਗਲਿਸ਼ ਦੇ ਵਿੱਚ ਸੀਗੀ ਜੀ ਇਹ। ਠੀਕ ਹੈ। ਗਲਿੰਪਸ ਆਫ ਵਰਲਡ ਕਿਹਦੀ ਕਿਤਾਬ ਹੈ ਜੀ? ਜਵਾਹਰ ਲਾਲ ਨਹਿਰੂ ਦੀ ਹੈ। ਠੀਕ ਹੈ। ਤੇ ਹੋਰ ਤੁਸੀਂ ਇੱਕ ਮੈਂ ਤੁਹਾਨੂੰ INC ਦੇ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਦਿੰਦਾ। INC ਦੇ ਵਿੱਚ ਪਹਿਲੇ ਪ੍ਰੈਜ਼ੀਡੈਂਟ ਕੌਣ ਬਣੇ ਜੀ? WC ਬੈਨਰਜੀ। ਇੰਨੀ ਗੱਲ ਕਲੀਅਰ ਹੈ ਜੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਪ੍ਰੈਜ਼ੀਡੈਂਟ ਸੀਗੇ ਜਿਹੜੇ ਉਹ ਕੌਣ ਸੀਗੇ? WC ਬੈਨਰਜੀ। ਠੀਕ ਹੈ। ਇੰਨੀ ਗੱਲ ਤਾਂ ਕਲੀਅਰ ਹੈ ਸਾਰਿਆਂ ਨੂੰ ਪਤਾ ਹੁੰਦਾ। ਬਟ ਇੱਕ ਕੁਐਸਚਨ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲਿਆ ਕਿ INC ਦੇ ਵਿੱਚ ਸਾਰਿਆਂ ਨਾਲੋਂ ਵੱਧ ਜਿਹੜੇ ਪ੍ਰੈਜ਼ੀਡੈਂਟ ਬਣੇ ਸਾਰਿਆਂ ਨਾਲੋਂ ਵੱਧ ਵਾਰ ਕੌਣ ਬਣੇ ਤਾਂ ਉਹ ਬਣੇ ਜੀ ਦਾਦਾ ਭਾਈ ਨਹਿਰੂ ਜੀ। ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੋ। ਬਹੁਤ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਵਿੱਚ ਪੁੱਛਦਾ। ਦੇਖੋ ਕੀ ਕਿਹਾ ਮੈਂ? ਦਾਦਾ ਭਾਈ ਨਹਿਰੂ ਜੀ ਸਾਰਿਆਂ ਨਾਲੋਂ ਵੱਧ ਵਾਰ ਕੀ ਹੈ INC ਦੇ ਪ੍ਰੈਜ਼ੀਡੈਂਟ ਜਿਹੜੇ ਉਹ ਬਣੇ ਨੇ। ਸਾਰਿਆਂ ਨਾਲੋਂ ਲੰਬਾ ਸਮਾਂ ਕੌਣ ਬਣੇ ਨੇ?
ਤਾਂ ਉਹ ਤੁਸੀਂ ਯਾਦ ਰੱਖਣਾ ਜੀ ਮੌਲਾਨਾ ਅਬੁਲ ਕਲਾਮ ਆਜ਼ਾਦ, ਠੀਕ ਹੈ, ਜਿਹੜਾ ਮੈਂ ਦੱਸ ਕੇ ਹਟਿਆ ਪਿੱਛੇ ਜੀ, ਤਾਂ ਇਹ ਯਾਦ ਰੱਖਿਓ, ਇੰਪੋਰਟੈਂਟ ਗੱਲ ਹੈ ਜੀ, ਠੀਕ ਹੈ। ਹੂ ਹੈਜ਼ ਗਿਵਨ ਦਾ ਕੰਸੈਪਟ ਆਫ ਪ੍ਰਫੇਸ ਇਨ ਕੌਨਸਟੀਟਿਊਸ਼ਨ। ਪ੍ਰਫੇਸ ਜਿਹੜਾ ਕੌਨਸਟੀਟਿਊਸ਼ਨ ਦਾ ਹੈਗਾ ਜੀ ਉਹਦਾ ਕੰਸੈਪਟ ਕਿਹਨੇ ਦਿੱਤਾ? ਤਾਂ ਆਪਸ਼ਨ ਏ ਜਵਾਹਰ ਲਾਲ ਨਹਿਰੂ ਇਹਦਾ ਸਹੀ ਆਨਸਰ ਹੈ ਜੀ। ਪ੍ਰਫੇਸ ਆਫ ਦਾ ਕੌਨਸਟੀਟਿਊਸ਼ਨ ਕਿਹਨੂੰ ਕਿਹਾ ਜਾਂਦਾ ਜੀ? ਆਪਣੇ ਪ੍ਰੈਂਬਲ ਨੂੰ ਕਿਹਾ ਜਾਂਦਾ ਹੈ, ਠੀਕ ਹੈ, ਪ੍ਰੈਂਬਲ ਨੂੰ ਕਿਹਾ ਜਾਂਦਾ ਜੀ ਪ੍ਰਫੇਸ ਆਫ ਕੌਨਸਟੀਟਿਊਸ਼ਨ। ਇੰਨੀ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਅਤੇ ਤੁਸੀਂ ਕੌਨਸਟੀਟਿਊਸ਼ਨ ਦੇ ਵਿੱਚ ਪੇਪਰ ਦੇ ਵਿੱਚ ਪੁੱਛ ਲੈਣ ਕਿੰਨੇ ਪੇਜਸ ਨੇ ਟੋਟਲ, ਤਾਂ ਤੁਸੀਂ ਕਹੋਗੇ ਜੀ 232 ਪੇਜਸ ਨੇ, ਠੀਕ ਹੈ, ਸੁਪਰ ਇੰਪੋਰਟੈਂਟ ਕੁਐਸਚਨ ਨੇ। ਕੌਨਸਟੀਟਿਊਸ਼ਨ ਦੇ ਵਿੱਚ ਕਿੰਨੇ ਪੇਜਸ ਨੇ ਜੀ? ਤਾਂ 232 ਪੇਜਸ ਨੇ। ਅਤੇ ਤੁਹਾਡਾ ਜਿਹੜਾ ਓਰੀਜਨਲ ਆਪਣਾ ਕੌਨਸਟੀਟਿਊਸ਼ਨ ਹੈ ਉਹ ਮਤਲਬ ਕਿਹਦੇ ਕੋਲੇ ਸੀਗਾ ਜੀ, ਜਾਂ ਕਿਹਨੇ ਲਿਖਿਆ? ਤਾਂ ਉਹ ਪ੍ਰੇਮ ਬਿਹਾਰੀ ਰਾਏਜ਼ਾਦਾ, ਠੀਕ ਹੈ, ਇਹ ਵੀ ਪੇਪਰ ਦੇ ਵਿੱਚ ਬਹੁਤ ਪੁੱਛਿਆ ਜਾਂਦਾ ਹੈ। ਕੌਨਸਟੀਟਿਊਸ਼ਨ ਨੂੰ ਬਣਨ ਦੇ ਵਿੱਚ ਕਿੰਨਾ ਸਮਾਂ ਲੱਗਿਆ ਜੀ? 2 ਸਾਲ 11 ਮੰਥ ਅਤੇ 18 ਦਿਨ, ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਕੌਨਸਟੀਟਿਊਸ਼ਨ ਤੋਂ ਮੈਨੂੰ ਤਾਂ ਹੋਰ ਯਾਦ ਆਇਆ ਕੁਛ। ਕੌਨਸਟੀਟਿਊਸ਼ਨ ਦੇ ਵਿੱਚ ਟੋਟਲ ਜੀ ਆਪਣੇ ਓਰੀਜਨਲੀ ਕਿੰਨੇ ਆਰਟੀਕਲ ਸੀਗੇ ਜੀ? 395 ਸੀਗੇ, ਠੀਕ ਹੈ। ਜਵਾਹਰ ਲਾਲ ਨਹਿਰੂ ਦੀ ਮੈਂ ਤੁਹਾਨੂੰ ਕਿਤਾਬ ਦੱਸ ਹੀ ਚੁੱਕਿਆ ਜੀ, ਡਿਸਕਵਰੀ ਆਫ ਇੰਡੀਆ ਕਿਹਦੀ ਕਿਤਾਬ ਹੈ ਜੀ? ਜਵਾਹਰ ਲਾਲ ਨਹਿਰੂ ਜੀ ਦੀ ਕਿਤਾਬ ਹੈ, ਠੀਕ ਹੈ। ਅਤੇ ਇੱਕ ਇਹਨਾਂ ਦੀ ਕਿਤਾਬ ਹੋਰ ਯਾਦ ਰੱਖ ਲਓ ਜੀ ਤੁਸੀਂ, ਡਿਸਕਵਰੀ ਆਫ ਇੰਡੀਆ। ਹਾਂ, ਬਸ ਇੰਨੀ ਕਾਫੀ ਹੈ। ਬੀ ਆਰ ਅੰਬੇਦਕਰ ਦੀ ਤੁਹਾਨੂੰ ਮੈਂ ਦੱਸ ਚੁੱਕਿਆ ਜੀ, ਮੂਕ ਨਾਇਕ ਅਤੇ ਵਿਸ਼ਿਸ਼ਟ ਭਾਰਤ। ਬੀ ਆਰ ਅੰਬੇਦਕਰ ਦੀ ਇੱਕ ਕਿਤਾਬ ਜਾਂ ਇੱਕ ਆਪਾਂ ਕਹਿ ਦਈਏ ਵਰਕ ਹੋਰ ਯਾਦ ਰੱਖ ਲਓ, ਉਹ ਹੈਗਾ ਜੀ ਵਟ ਗਾਂਧੀ ਐਂਡ ਕਾਂਗਰਸ ਡਿਡ ਜਾਂ ਡਨ ਫॉर ਡਿਪਰੈਸਡ ਕਲਾਸਿਸ, ਠੀਕ ਹੈ। ਵਟ ਗਾਂਧੀ ਐਂਡ ਕਾਂਗਰਸ ਡਨ ਫॉर ਡਿਪਰੈਸ ਕਲਾਸਿਸ, ਤਾਂ ਇਹ ਵੀ ਬੀ ਆਰ ਅੰਬੇਦਕਰ ਦੇ ਨਾਲ ਜੁੜਿਆ ਹੋਇਆ ਜੀ, ਠੀਕ ਹੈ, ਵੀ ਉਹਨਾਂ ਦੀ ਕਿਤਾਬ ਹੈ। ਮੌਲਾਨਾ ਅਬੁਲ ਕਲਾਮ ਆਜ਼ਾਦ ਪਹਿਲੇ ਐਜੂਕੇਸ਼ਨ ਮਿਨਿਸਟਰ ਆਪਣੇ ਰਹਿ ਚੁੱਕੇ ਨੇ, ਦੱਸ ਚੁੱਕਿਆ ਜੀ ਮੈਂ। ਸਾਰਿਆਂ ਨਾਲੋਂ ਲੰਬਾ ਸਮਾਂ ਜਿਹੜੇ INC ਦੇ ਪ੍ਰੈਜ਼ੀਡੈਂਟ ਰਹੇ ਨੇ ਉਹ ਵੀ ਮੌਲਾਨਾ ਅਬੁਲ ਕਲਾਮ ਆਜ਼ਾਦ ਰਹੇ ਨੇ, ਠੀਕ ਹੈ। ਬੀ ਐਨ ਰਾਓ ਕੌਣ ਸੀਗੇ ਜੀ? ਕੌਨਸਟੀਟਿਊਸ਼ਨਲ ਐਡਵਾਈਜ਼ਰ, ਇਹ ਪੇਪਰ ਦੇ ਵਿੱਚ ਬਹੁਤ ਪੁੱਛਿਆ ਹੋਇਆ। ਕੌਨਸਟੀਟਿਊਸ਼ਨਲ ਐਡਵਾਈਜ਼ਰ ਕੌਣ ਸੀਗੇ ਜੀ ਕੌਨਸਟੀਟਿਊਸ਼ਨ ਅਸੈਂਬਲੀ ਦੇ? ਤਾਂ ਉਹ ਸੀਗੇ ਜੀ BN ਰਾਓ, ਠੀਕ ਹੈ ਜੀ। MN ਰਾਏ, ਇੱਕ MN ਰਾਏ ਹੈ ਜੀ ਜਿਹੜੀ BN ਰਾਓ ਦੇ ਨਾਲ ਬੱਚੇ ਬਹੁਤ ਕਨਫਿਊਜ਼ ਕਰਦੇ ਨੇ। MN ਰਾਏ ਨੇ ਸੁਝਾਅ ਦਿੱਤਾ ਸੀਗਾ, ਐਡਵਾਈਸ ਦਿੱਤੀ ਸੀ ਟੂ ਮੇਕ ਕੌਨਸਟੀਟਿਊਂਟ ਅਸੈਂਬਲੀ ਇਨ ਇੰਡੀਆ, ਠੀਕ ਹੈ। ਪੇਪਰ ਦੇ ਵਿੱਚ ਪੁੱਛ ਲੈਣ ਕਿ ਕੌਨਸਟੀਟਿਊਂਟ ਅਸੈਂਬਲੀ ਬਣਾਉਣ ਦਾ ਜਿਹੜਾ ਐਡਵਾਈਸ ਦਿੱਤੀ, ਸਲਾਹ ਦਿੱਤੀ, ਉਹ ਕਿਹਨੇ ਦਿੱਤੀ ਜੀ? MN ਰਾਏ ਨੇ। BN ਰਾਓ ਕੌਣ ਸੀਗੇ ਜੀ? ਕੌਨਸਟੀਟਿਊਸ਼ਨਲ ਐਡਵਾਈਜ਼ਰ ਸੀਗੇ, ਠੀਕ ਹੈ, ਸਲਾਹਕਾਰ ਸੀਗੇ, ਠੀਕ ਹੈ। ਵੈਨ ਵੀ ਅਬਜ਼ਰਵ ਰੈੱਡ ਕ੍ਰਾਸ ਡੇ, ਰੈੱਡ ਕ੍ਰਾਸ ਡੇ ਆਪਾਂ ਕਦੋਂ ਮਨਾਉਂਦੇ ਹਾਂ ਜੀ? ਤਾਂ ਇਹ ਮਨਾਉਣਾ ਹੈ ਜੀ 8 ਮਈ ਨੂੰ, ਠੀਕ ਹੈ। 8 ਮਈ ਨੂੰ ਰੈੱਡ ਕ੍ਰਾਸ ਡੇ ਮਨਾਇਆ ਜਾਂਦਾ। ਪੇਪਰ ਦੇ ਵਿੱਚ ਵੀ ਬਹੁਤ ਵਾਰ ਇਹ ਕੁਐਸਚਨ ਆਇਆ ਹੋਇਆ। ਰੈੱਡ ਕ੍ਰਾਸ ਦੀ ਜਿਹੜੇ ਆਪਾਂ ਕਹਿ ਦਈਏ ਫਾਊਂਡਰ ਸੀਗੇ ਉਹ ਕੌਣ ਸੀਗੇ ਜੀ? ਹੈਨਰੀ ਡੁਨੰਟ, DUNNAT, ਹੈਨਰੀ ਡੁਨੰਟ ਸੀਗੇ ਜੀ, ਠੀਕ ਹੈ। ਇਹਨਾਂ ਨੂੰ ਪੀਸ ਦੇ ਵਿੱਚ ਸਾਰਿਆਂ ਨਾਲੋਂ ਪਹਿਲੀ ਵਾਰ ਨੋਬਲ ਪ੍ਰਾਈਜ਼ ਮਿਲਿਆ ਹੋਇਆ ਜੀ, ਠੀਕ ਹੈ। ਪੇਪਰ ਦੇ ਵਿੱਚ ਪੁੱਛ ਲੈਣ ਕਿ ਸ਼ਾਂਤੀ ਦੇ ਵਿੱਚ ਜਾਂ ਪੀਸ ਦੇ ਵਿੱਚ ਸਾਰਿਆਂ ਨਾਲੋਂ ਪਹਿਲੀ ਵਾਰ ਜਿਹੜਾ ਨੋਬਲ ਪ੍ਰਾਈਜ਼ ਮਿਲਿਆ ਉਹ ਕਿਹਨੂੰ ਮਿਲਿਆ ਜੀ? ਹੈਨਰੀ ਡੁਨੰਟ ਨੂੰ ਮਿਲਿਆ ਹੋਇਆ, ਠੀਕ ਹੈ। ਯਾਦ ਰੱਖਿਓ, ਇੰਪੋਰਟੈਂਟ ਹੈ। ਤੁਸੀਂ ਡੇਜ਼ ਹੋਰ ਯਾਦ ਰੱਖ ਸਕਦੇ ਹੋ, ਜਿਵੇਂ 12 ਜਨਵਰੀ ਅਤੇ 12 ਅਗਸਤ ਦੋਨੇ ਇਕੱਠੇ ਯਾਦ ਰੱਖ ਲਓ ਜੀ, ਠੀਕ ਹੈ। 12 ਜਨਵਰੀ ਨੂੰ ਹੁੰਦਾ ਜੀ ਨੈਸ਼ਨਲ ਯੂਥ ਡੇ, ਠੀਕ ਹੈ ਜੀ। 12 ਅਗਸਤ ਨੂੰ ਹੁੰਦਾ ਜੀ ਇੰਟਰਨੈਸ਼ਨਲ ਯੂਥ ਡੇ, ਠੀਕ ਹੈ। ਦੋਨੇ ਇਕੱਠੇ ਯਾਦ ਰੱਖੋਗੇ। ਤੁਸੀਂ ਇੱਕ ਹੋਰ ਇਕੱਠੇ ਯਾਦ ਰੱਖ ਸਕਦੇ ਹੋ 22 ਮਾਰਚ ਦਾ ਅਤੇ 22 ਅਪ੍ਰੈਲ ਦਾ, ਠੀਕ ਹੈ। 22 ਮਾਰਚ ਨੂੰ ਹੁੰਦਾ ਜੀ ਤੁਹਾਡਾ ਵਾਟਰ ਡੇ, ਠੀਕ ਹੈ। 22 ਅਪ੍ਰੈਲ ਨੂੰ ਹੁੰਦਾ ਜੀ ਅਰਥ ਡੇ, ਠੀਕ ਹੈ ਜੀ। ਤੁਸੀਂ ਇੱਕ ਇਕੱਠੇ ਹੋਰ ਯਾਦ ਰੱਖ ਸਕਦੇ ਹੋ ਕਿਹੜੇ? 24 ਮਾਰਚ, 24 ਅਪ੍ਰੈਲ, ਠੀਕ ਹੈ, 24 ਮਈ, ਠੀਕ ਹੈ। ਇਸ ਤਰ੍ਹਾਂ ਡੇਜ਼ ਕੀ ਹੈ ਜੀ ਬਹੁਤ ਯਾਦ ਹੁੰਦੇ ਨੇ। 24 ਮਾਰਚ ਨੂੰ ਕੀ ਹੁੰਦਾ ਜੀ? TV ਡੇ ਹੁੰਦਾ, ਠੀਕ ਹੈ, ਬਹੁਤ ਪੁੱਛਿਆ ਜਾਂਦਾ ਪੇਪਰ ਦੇ ਵਿੱਚ। TV ਡੇ ਮਤਲਬ ਟਿਊਬਰਕਲੋਸਿਸ ਡੇ, ਠੀਕ ਹੈ। 24 ਅਪ੍ਰੈਲ ਨੂੰ ਕੀ ਹੁੰਦਾ ਜੀ? ਪੰਚਾਇਤ ਦਿਵਸ ਹੁੰਦਾ ਜੀ, ਠੀਕ ਹੈ, ਪੰਚਾਇਤੀ ਦਿਵਸ ਹੁੰਦਾ ਜੀ। 24 ਮਈ ਨੂੰ ਕੀ ਹੁੰਦਾ ਜੀ? ਕਾਮਨਵੈਲਥ ਡੇ, ਠੀਕ ਹੈ, ਕਾਮਨਵੈਲਥ ਡੇ,
ਠੀਕ ਹੈ ਜੀ। ਕਾਮਨਵੈਲਥ ਜਿਹੜੇ ਆਪਣਾ ਹੈੱਡਕੁਆਟਰ ਹੁੰਦਾ ਕਾਮਨਵੈਲਥ ਪੇਪਰ ਦੇ ਵਿੱਚ ਪੁੱਛੇ ਹੈੱਡਕੁਆਟਰ ਕਿੱਥੇ ਹੈ, ਤਾਂ ਤੁਸੀਂ ਕਹੋਗੇ ਜੀ ਲੰਡਨ ਦੇ ਵਿੱਚ ਹੈ। ਕਾਮਨਵੈਲਥ ਦੇ ਵਿੱਚ ਪੇਪਰ 'ਚ ਪੁੱਛ ਲੈਣ ਕਿੰਨੇ ਕੰਟਰੀਜ਼ ਨੇ, ਤਾਂ 53 ਕੰਟਰੀਜ਼ ਨੇ। ਠੀਕ ਹੈ ਜੀ, 53 ਕੰਟਰੀਜ਼ ਨੇ, ਯਾਦ ਰੱਖਿਓ। ਤੇ ਪੇਪਰ ਦੇ ਵਿੱਚ ਪੁੱਛ ਲੈਣ ਯੂਰਪੀਅਨ ਯੂਨੀਅਨ, ਤੁਸੀਂ ਸੁਣਿਆ ਹੋਊਗਾ ਯੂਰਪੀਅਨ ਯੂਨੀਅਨ ਹੈ ਜੀ, ਇਹ ਕਿੰਨੇ ਦੇਸ਼ਾਂ ਦਾ ਗਰੁੱਪ ਹੈ ਜੀ, ਤਾਂ 27 ਦੇਸ਼ ਨੇ ਜੀ ਯੂਰਪੀਅਨ ਯੂਨੀਅਨ ਦੇ। ਇੱਕ ਤੁਸੀਂ ਸੁਣਿਆ ਹੋਊਗਾ G20, ਠੀਕ ਹੈ, G20 ਦੇ ਵਿੱਚ ਟੋਟਲ ਕਿੰਨੇ ਦੇਸ਼ ਨੇ ਜੀ, 20 ਨੇ। ਠੀਕ ਹੈ, ਮਤਲਬ 19 ਦਾ ਇਹਦੇ ਵਿੱਚ ਕੰਟਰੀਜ਼ ਨੇ ਤੇ ਇੱਕ ਇਹਦੇ ਵਿੱਚ ਮਤਲਬ ਯੂਰਪੀਅਨ ਯੂਨੀਅਨ ਰੱਖਿਆ ਹੋਇਆ ਹੈ। ਠੀਕ ਹੈ, ਤੇ ਇਹ ਵੀ ਤੁਸੀਂ ਗੱਲ ਯਾਦ ਰੱਖਣੀ ਹੈ। ਹੋਰ ਮੈਂ ਤੁਹਾਨੂੰ ਡੇਜ਼ ਯਾਦ ਕਰਾ ਦਿੰਦਾ, ਜਿਵੇਂ 1 ਜੁਲਾਈ ਰੱਖ ਲਿਓ ਯਾਦ, 18 ਜੁਲਾਈ ਰੱਖ ਲਿਓ ਯਾਦ ਜੀ, ਤੇ 26 ਜੁਲਾਈ ਰੱਖ ਲਓ। 1 ਜੁਲਾਈ ਨੂੰ ਕੀ ਹੈ ਜੀ, SBI ਦਾ ਫਾਊਂਡੇਸ਼ਨ ਡੇ ਹੈ ਜੀ। ਠੀਕ ਹੈ, SBI ਦਾ ਫਾਊਂਡੇਸ਼ਨ ਡੇ ਵੀ 1 ਜੁਲਾਈ ਨੂੰ ਹੈ, ਤੇ ਨੈਸ਼ਨਲ ਡਾਕਟਰਸ ਡੇ ਵੀ ਕਦੋਂ ਹੈ ਜੀ, 1 ਜੁਲਾਈ ਨੂੰ ਹੈ। 18 ਜੁਲਾਈ ਨੂੰ ਕੀ ਹੈ ਜੀ, ਨੈਲਸਨ ਮੰਡੇਲਾ ਡੇ ਹੈ। ਠੀਕ ਹੈ, ਨੈਲਸਨ ਮੰਡੇਲਾ, ਠੀਕ ਹੈ ਜੀ, ਯਾਦ ਰੱਖਿਓ। ਤੇ ਇੱਕ ਤੁਸੀਂ ਯਾਦ ਰੱਖਣਾ 26 ਜੁਲਾਈ ਨੂੰ ਕੀ ਹੁੰਦਾ ਜੀ, ਕਾਰਗਿਲ ਦਿਵਸ। ਠੀਕ ਹੈ ਜੀ, ਕਾਰਗਿਲ ਦਿਵਸ ਹੈ ਜੀ ਜਿਹੜਾ 26 ਜੁਲਾਈ ਨੂੰ ਹੁੰਦਾ। 29 ਅਗਸਤ ਨੂੰ ਕੀ ਹੁੰਦਾ ਜੀ, ਇਹ ਵੀ ਯਾਦ ਰੱਖ ਲਿਓ, ਸਪੋਰਟਸ ਡੇ ਹੁੰਦਾ ਜੀ। ਠੀਕ ਹੈ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ, ਬਹੁਤ ਪੇਪਰ ਦੇ ਵਿੱਚ ਪੁੱਛਦੇ ਆ। 29 ਅਗਸਤ ਨੂੰ ਸਪੋਰਟਸ ਡੇ ਹੁੰਦਾ ਜੀ, ਧਿਆਨ ਚੰਦ ਦਾ ਇਸ ਦਿਨ ਕੀ ਹੈ, ਜਨਮ ਦਿਨ ਜਾਂ ਬਰਥਡੇ ਮਤਲਬ ਹੁੰਦਾ ਹੈ। ਠੀਕ ਹੈ ਜੀ, ਤੇ ਮੈਨੂੰ ਇੱਕ ਗੱਲ ਹੋਰ ਯਾਦ ਆਈ ਸੀਗੀ ਕਿ ਮੈਂ ਕੁਝ ਦੱਸਣਾ ਸੀਗਾ ਤੁਹਾਨੂੰ, ਇੰਪੋਰਟੈਂਟ ਸੀਗਾ। ਨੈਸ਼ਨਲ ਡਾਕਟਰਸ ਡੇ, SBI, ਠੀਕ ਹੈ, ਤੇ ਧਿਆਨ ਚੰਦ ਪੇਪਰ ਦੇ ਵਿੱਚ ਪੁੱਛ ਲੈਣ ਕਿੱਥੋਂ ਬਿਲੋਂਗ ਕਰਦਾ ਸੀ, ਤਾਂ ਤੁਸੀਂ ਕਹੋਗੇ ਜੀ ਯੂਪੀ ਤੋਂ ਬਿਲੋਂਗ ਕਰਦੇ ਸੀਗੇ। ਠੀਕ ਹੈ, ਤੇ TB ਦਾ ਜਿਹੜਾ ਪੇਪਰ ਦੇ ਵਿੱਚ ਪੁੱਛ ਲੈਣ, ਆ ਵੀ ਸਾਇੰਸ ਦਾ ਕੁਐਸਚਨ ਬਣ ਜਾਂਦਾ ਹੈ। TB ਦੇ ਜਿਹੜੇ ਫਾਊਂਡਰ ਸੀਗੇ ਉਹ ਕੌਣ ਸੀਗੇ, ਤਾਂ ਤੁਸੀਂ ਕਹੋਗੇ ਜੀ ਰੋਬਰਟ ਕੋਚ। ਠੀਕ ਹੈ, ਇੰਪੋਰਟੈਂਟ ਆ। ਜੇ ਅੱਗੇ ਫਰਦਰ ਸਾਇੰਸ ਦਾ ਕੋਈ ਕੁਐਸਚਨ ਆਇਆ ਤਾਂ ਮੈਂ ਤੁਹਾਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਦੱਸੂਗਾ ਜਿਹੜੇ ਇੰਪੋਰਟੈਂਟ ਪੇਪਰ ਦੇ ਵਿੱਚ ਕੁਐਸਚਨ ਪੁੱਛਦੇ ਨੇ। ਠੀਕ ਹੈ, ਵਿਚ ਆਫ ਦਾ ਫੋਲੋਇੰਗ ਕੰਟਰੀ ਇਜ਼ ਨੋਨ ਐਜ਼ ਲੈਂਡ ਆਫ ਰਾਈਜ਼ਿੰਗ ਸਨ। ਰਾਈਜ਼ਿੰਗ ਸਨ ਦੀ ਜਿਹੜੀ ਮਤਲਬ ਲੈਂਡ ਆਫ ਰਾਈਜ਼ਿੰਗ ਸਨ ਕਿਹੜੇ ਕੰਟਰੀ ਨੂੰ ਕਿਹਾ ਜਾਂਦਾ ਹੈ, ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਜਾਪਾਨ। ਜਾਪਾਨ ਦੀ ਕੈਪੀਟਲ ਕੀ ਹੈ ਜੀ, ਟੋਕੀਓ। ਇੰਨੀ ਗੱਲ ਕਲੀਅਰ ਹੈ ਜੀ। ਨਾਰਵੇ ਤੋਂ ਸਟਾਰਟ ਕਰਦੇ ਹਾਂ। ਨਾਰਵੇ ਦੀ ਕੈਪੀਟਲ ਕੀ ਹੈ ਜੀ, ਓਸਲੋ ਹੈ। ਠੀਕ ਹੈ, ਲੈਂਡ ਆਫ ਮਿਡਨਾਈਟ ਸਨ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਕਿਹਨੂੰ ਕਿਹਾ ਜਾਂਦਾ ਜੀ, ਨਾਰਵੇ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਇੰਡੀਆ ਦੀ ਕੈਪੀਟਲ ਕੀ ਹੈ ਜੀ, ਦਿੱਲੀ ਹੈ। ਠੀਕ ਹੈ, ਇੰਡੀਆ ਦੀ ਪਹਿਲਾਂ ਕੈਪੀਟਲ ਕਿਹੜੀ ਹੁੰਦੀ ਸੀ, ਕੋਲਕਾਤਾ। ਠੀਕ ਹੈ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। 1911 ਦੇ ਵਿੱਚ ਕੀ ਹੈ ਜੀ, ਇਹ ਸ਼ਿਫਟ ਕੀਤੀ ਗਈ ਹੈ ਕਲਕੱਤਾ ਟੂ ਦਿੱਲੀ। ਠੀਕ ਹੈ, ਇੰਨੀ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਉਦੋਂ ਆਪਣੇ ਵਾਇਸਰਾਏ ਕੌਣ ਸੀਗੇ ਜੀ, ਲਾਰਡ ਹਾਰਡਿੰਗ। ਠੀਕ ਹੈ ਜੀ, ਧਿਆਨ ਰੱਖਿਓ, ਇੰਪੋਰਟੈਂਟ ਆ। ਇੰਡੀਆ ਦੀ ਜਿਹੜੀ ਮਤਲਬ ਕੈਪੀਟਲ ਹੈ ਜਿਹੜੀ ਇਹਨੂੰ ਯੂਨੀਅਨ ਟੈਰੀਟਰੀ ਦੇ ਵਿੱਚ ਕਨਵਰਟ ਕਰਕੇ ਲੈਜਿਸਲੇਟਿਵ ਅਸੈਂਬਲੀ ਤੇ ਕਾਉਂਸਲ ਆਫ ਮਿਨਿਸਟਰਸ ਬਣਦੇ ਨੇ, ਉਹਦੇ ਲਈ ਜਿਹੜੀ ਅਮੈਂਡਮੈਂਟ ਸੀ ਉਹ ਵੀ ਪੇਪਰ ਤੁਸੀਂ ਯਾਦ ਰੱਖਣੇ। 69ਵੀਂ ਅਮੈਂਡਮੈਂਟ ਸੀਗੀ ਜੀ, 69th ਅਮੈਂਡਮੈਂਟ ਸੀਗੀ ਜੀ ਇਹ। ਠੀਕ ਹੈ, ਜਰਮਨੀ ਦੀ ਕੈਪੀਟਲ ਕੀ ਹੈ ਜੀ, ਬਰਲਿਨ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖ ਲਿਓ। ਜਿਹੜਾ ਹਿਟਲਰ ਸੀਗਾ ਉਹ ਨਾਜ਼ੀ ਡਿਕਟੇਟਰ ਸੀਗੇ ਜੀ, ਉਹ ਵੀ ਕਿੱਥੋਂ ਸੀਗਾ ਜੀ, ਜਰਮਨੀ ਤੋਂ ਸੀਗਾ। ਹਿਟਲਰ ਦਾ ਜਿਹੜਾ ਨਿਕਨੇਮ ਸੀ ਉਹ ਕੀ ਸੀਗਾ ਜੀ, ਫਰਹੀਰ। ਪੇਪਰ ਦੇ ਵਿੱਚ ਪੁੱਛ ਲੈਣ ਫਰਹੀਰ ਕਿਹਦਾ ਨਿਕਨੇਮ ਹੈ, ਤਾਂ ਹਿਟਲਰ ਦਾ। ਇਹਦੀ ਇੱਕ ਕਿਤਾਬ ਤੁਸੀਂ ਬਹੁਤ ਯਾਦ ਰੱਖਣੀ ਹੈ ਜੀ, ਮੇਨ ਕੈਂਪ। ਠੀਕ ਹੈ, ਮੇਨ ਕੈਂਪ ਕਿਹਦੀ ਕਿਤਾਬ ਹੈ ਜੀ, ਹਿਟਲਰ ਦੀ ਕਿਤਾਬ ਹੈ ਜੀ। ਠੀਕ ਹੈ, ਤੇ ਹੋਰ ਤੁਸੀਂ ਯਾਦ ਰੱਖ ਸਕਦੇ ਹੋ ਇੰਡੀਆ ਦੇ ਵਿੱਚ ਸਾਰਿਆਂ ਨਾਲੋਂ ਪਹਿਲੀ ਵਾਰ ਸੂਰਜ ਕਿੱਥੇ ਨਿਕਲਦਾ ਹੈ, ਤਾਂ ਤੁਸੀਂ ਕਹੋਗੇ ਜੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਨਿਕਲਦਾ। ਠੀਕ ਹੈ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਨਿਕਲਦਾ। ਇਹਦੀ ਮੈਂ ਤੁਹਾਨੂੰ ਲੌਜਿਕ ਦੱਸਦਾ ਜੀ, ਯਾਦ ਨਹੀਂ ਵੀ ਕਰਨਾ ਕਿਉਂਕਿ ਲੌਜਿਕ ਨਾਲ ਕੁਐਸਚਨ ਬਹੁਤ ਸੋਲਵ ਹੁੰਦੇ ਨੇ। ਦੇਖੋ ਆਹ 4 ਡਾਇਰੈਕਸ਼ਨਾਂ ਨੇ, ਨਾਰਥ, ਈਸਟ, ਸਾਊਥ, ਵੈਸਟ। ਠੀਕ ਹੈ, ਬਹੁਤੇ ਬੱਚੇ ਨੇ ਜਿਨ੍ਹਾਂ ਨੇ ਪੜ੍ਹਿਆ ਹੋਊਗਾ ਉਹਨਾਂ ਦੇ ਮਿੰਟ 'ਚ ਯਾਦ ਆ ਜਾਊਗਾ। ਨਾਰਥ ਦੇ ਵਿੱਚ ਆਪਣਾ ਕੀ ਹੈ ਜੀ, ਜੰਮੂ ਕਸ਼ਮੀਰ ਹੈ। ਠੀਕ ਹੈ, ਸਭ ਤੋਂ ਈਸਟ ਦੇ ਵਿੱਚ ਕੀ ਹੈ ਜੀ, ਆਪਣਾ ਅਰੁਣਾਚਲ ਪ੍ਰਦੇਸ਼ ਹੈ ਜਿਹੜਾ ਸਟੇਟ ਹੈ। ਠੀਕ ਹੈ, ਇਹਦੇ ਵਿੱਚ ਜਗ੍ਹਾ ਜੀ ਜਿਹੜੀ ਉਹ ਹੈਗੀ ਹੈ ਕਬਿੱਤੂ। ਠੀਕ ਹੈ, ਇੰਨੀ ਗੱਲ ਤਾਂ ਤੁਹਾਨੂੰ ਪਤਾ ਜੀ। ਠੀਕ ਹੈ, ਪਰ ਡਿਟੇਲ ਦੇ ਵਿੱਚ ਨਹੀਂ ਜਾਂਦੇ। ਈਸਟ ਦੇ ਵਿੱਚ ਸਾਰਿਆਂ ਨਾਲੋਂ ਲਾਸਟ ਜਿਹੜਾ ਸਟੇਟ ਹੈ ਉਹ ਕਿਹੜਾ ਜੀ, ਅਰੁਣਾਚਲ ਪ੍ਰਦੇਸ਼ ਹੈ। ਅਰੁਣਾਚਲ ਪ੍ਰਦੇਸ਼ ਦਾ ਪੁਆਇੰਟ ਹੈ ਜਿਹੜਾ ਉਹ ਹੈਗਾ ਕਬਿੱਤੂ। ਠੀਕ ਹੈ, ਹੁਣ ਤੁਹਾਨੂੰ ਪਤਾ ਜੀ ਸਨ ਰਾਈਜ਼ਸ ਇਨ ਦਾ ਈਸਟ। ਠੀਕ ਹੈ, ਈਸਟ ਦੇ ਵਿੱਚ ਸੂਰਜ ਚੜ੍ਹਦਾ, ਤਾਂ ਈਸਟ ਦੇ ਵਿੱਚ ਇੰਡੀਆ ਦੇ ਵਿੱਚ ਕਿਹੜਾ ਸਟੇਟ ਹੈ ਜੀ, ਅਰੁਣਾਚਲ ਪ੍ਰਦੇਸ਼। ਤਾਂ ਕਰਕੇ ਤੁਸੀਂ ਯਾਦ ਰੱਖਣਾ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਆਪਣਾ ਕੀ ਹੈ
ਸਾਰਿਆਂ ਨਾਲੋਂ ਪਹਿਲੀ ਵਾਰ ਇੰਡੀਆ ਦੇ ਵਿੱਚ ਕੀ ਹੈ ਜੀ ਸੂਰਜ ਜਿਹੜਾ ਉਹ ਦਿਖਦਾ ਹੈ। ਠੀਕ ਹੈ, ਗੁਜਰਾਤ ਦੇ ਵਿੱਚ ਕੀ ਹੈ ਜੀ ਸਾਰਿਆਂ ਨਾਲੋਂ ਲਾਸਟ ਦੇ ਵਿੱਚ ਦਿਖਦਾ ਹੈ, ਮਤਲਬ ਠੀਕ ਹੈ ਲੇਟ ਚੜ੍ਹਦਾ। ਠੀਕ ਹੈ, ਮਤਲਬ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਪਰੋਕਸੀਮੇਸ਼ਨ ਕਹਿੰਦੇ ਆ ਵੀ 4 ਕੁ ਵਜੇ ਕੀ ਹੈ ਜੀ ਦਿਨ ਪੂਰਾ ਖੁੱਲ੍ਹ ਜਾਂਦਾ ਜੀ। ਠੀਕ ਹੈ, ਤੇ ਗੁਜਰਾਤ ਦੇ ਵਿੱਚ ਕਿਉਂ ਹੈ ਜੀ ਮਤਲਬ ਸਾਰਿਆਂ ਨਾਲੋਂ ਲੇਟ ਦਿਖਦਾ ਹੈ ਕਿਉਂਕਿ ਗੁਜਰਾਤ ਹੈ ਜਿਹੜਾ ਉਹ ਵੈਸਟਰਨ ਮੋਸਟ ਪੁਆਇੰਟ ਹੈ ਜੀ। ਠੀਕ ਹੈ, ਆਪਣੇ ਭਾਰਤ ਦਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਜੇ ਆਪਣੇ ਕੋਲ ਸਮਾਂ ਹੋਇਆ ਤਾਂ ਮੈਂ ਅਗਲੇ ਫਰਦਰ ਵੀਡੀਓਜ਼ ਦੇ ਵਿੱਚ ਇਹ ਦੱਸ ਦੂੰਗਾ ਤੁਹਾਨੂੰ। ਵੈਨ ਦਿੱਲੀ ਵਾਜ਼ ਬਿਕਮ ਦਾ ਕੈਪੀਟਲ ਆਫ ਇੰਡੀਆ, ਦਿੱਲੀ ਕੈਪੀਟਲ ਦੀ ਇੰਡੀਆ ਕਦੋਂ ਬਣੀ, ਇੰਡੀਆ ਦੀ ਜਿਹੜੀ ਕੈਪੀਟਲ ਉਹ ਕਦੋਂ ਬਣੀ, ਤਾਂ ਸੀ ਆਪਸ਼ਨ 1911 ਦੇ ਵਿੱਚ ਇਹ ਬਣੀ ਹੈ। ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਉਦੋਂ ਜਿਹੜੇ ਆਪਣੇ ਵਾਇਸਰਾਏ ਸੀ ਕਿਹਨੇ ਚੇਂਜ ਕੀਤੀ ਹੈ, ਤਾਂ ਕਲਕੱਤਾ ਤੋਂ ਦਿੱਲੀ ਜਿਹੜੀ ਕੈਪੀਟਲ ਕੀਤੀ ਹੈ ਲਾਰਡ ਹਾਰਡਿੰਗ। ਠੀਕ ਹੈ, ਇਹਨਾਂ ਨੇ ਕੀਤੀ ਹੈ 1911 ਦੇ ਵਿੱਚ। ਜੇ ਰਾਈਟਿੰਗ ਨਹੀਂ ਸਮਝ ਆਉਂਦੀ ਤਾਂ ਮਾੜਾ ਜਿਹਾ ਧਿਆਨ ਨਾਲ ਸੁਣ ਕੇ ਲਿਖ ਲਿਆ ਕਰੋ ਜੀ। ਠੀਕ ਹੈ, 1911 ਦੇ ਵਿੱਚ ਸ਼ਿਫਟ ਕੀਤੀ ਹੈ ਜੀ, ਤਾਂ ਉਦੋਂ ਦਿੱਲੀ ਦਰਬਾਰ ਲੱਗਿਆ ਸੀਗਾ। ਠੀਕ ਹੈ, ਦਿੱਲੀ ਦਰਬਾਰ ਲੱਗਿਆ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਅਤੇ ਤੁਹਾਡਾ ਜਿਹੜਾ ਲਾਰਡ ਹਾਰਡਿੰਗ ਸੀਗਾ ਇਹਨੇ ਪਾਰਟੀਸ਼ਨ ਆਫ ਬੰਗਾਲ ਨੂੰ ਕੈਂਸਲ ਕਰਤਾ ਸੀਗਾ। ਇਹ ਵੀ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ। ਪਾਰਟੀਸ਼ਨ ਆਫ ਬੰਗਾਲ ਜਿਹੜਾ ਕੈਂਸਲ ਕੀਤਾ ਉਹ ਕਿਹਨੇ ਕੀਤਾ, ਲਾਰਡ ਹਾਰਡਿੰਗ ਨੇ ਕੀਤਾ। ਬੰਗਾਲ ਦੀ ਵੰਡ ਹੋਈ ਕਦੋਂ ਜੀ 1905 ਦੇ ਵਿੱਚ। ਠੀਕ ਹੈ, ਕੀਤੀ ਕਿਹਨੇ, ਲਾਰਡ ਕਰਜ਼ਨ ਨੇ। ਠੀਕ ਹੈ, ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। 15 ਅਗਸਤ 1947 ਨੂੰ ਆਪਣਾ ਕੀ ਹੈ ਜੀ ਇੰਡੀਆ ਆਜ਼ਾਦ ਹੋਇਆ। 14 ਅਗਸਤ 1947 ਨੂੰ ਕੀ ਹੈ ਜੀ ਪਾਕਿਸਤਾਨ ਹੈ ਜਿਹੜਾ ਉਹ ਆਜ਼ਾਦ ਹੋਇਆ। ਠੀਕ ਹੈ, ਪਾਕਿਸਤਾਨ ਜਿਹੜੀ ਟਰਮ ਦਿੱਤੀ ਹੈ ਉਹ ਕਿਹਨੇ ਦਿੱਤੀ ਹੈ ਜੀ, ਰਹਿਮਤ ਅਲੀ ਖਾਨ ਨੇ। ਠੀਕ ਹੈ, ਪਾਕਿਸਤਾਨ ਮਤਲਬ ਪਹਿਲਾਂ ਏਰੀਏ ਦੀ ਜਿਹੜੀ ਡਿਵਾਈਡ ਕੀਤਾ ਸੀ, ਮਤਲਬ ਮੁਸਲਿਮ ਸਟੇਟ ਦੀ ਮਤਲਬ ਮੰਗ ਕੀਤੀ ਸੀ, ਉਹ ਕਿਹਨੇ ਕੀਤੀ ਸੀ ਜੀ, ਮੁਹੰਮਦ ਇਕਬਾਲ ਨੇ। ਠੀਕ ਹੈ, ਇੰਨੀ ਗੱਲ ਤੁਸੀਂ ਯਾਦ ਰੱਖਿਓ, ਇੰਪੋਰਟੈਂਟ ਹੈ। 1947 ਤੋਂ ਮੈਨੂੰ ਯਾਦ ਆਇਆ ਜੀ 3 ਜੂਨ 1947 ਬਹੁਤ ਇੰਪੋਰਟੈਂਟ ਡੇਟ ਹੈ ਜੀ। ਤਾਂ ਉਦੋਂ ਕੀ ਆਇਆ ਸੀਗਾ ਜੀ ਮਾਊਂਟ ਬੈਟਨ ਪਲਾਨ, ਪੇਪਰ ਦੇ ਵਿੱਚ ਪੁੱਛ ਲੈਣ ਕਦੋਂ ਆਇਆ, 3 ਜੂਨ 1947 ਨੂੰ। ਠੀਕ ਹੈ, ਆਪਣਾ ਭਾਰਤ ਦਾ ਪਹਿਲਾ ਆਜ਼ਾਦ ਭਾਰਤ ਦਾ ਪਹਿਲਾ ਜਿਹੜਾ ਗਵਰਨਰ ਜਨਰਲ ਉਹ ਕੌਣ ਸੀਗਾ ਜੀ, ਉਹ ਵੀ ਮਾਊਂਟ ਬੈਟਨ ਸੀਗਾ। ਠੀਕ ਹੈ, ਅਤੇ 1955 ਤੋਂ ਮੈਨੂੰ ਯਾਦ ਆਇਆ ਜੀ SBI ਹੈ ਜਿਹੜਾ ਉਹ ਬੈਂਕ ਬਣਿਆ ਜੀ। ਠੀਕ ਹੈ, ਨੈਸ਼ਨਲਾਈਜ਼ ਹੋਇਆ SBI, ਸਟੇਟ ਬੈਂਕ ਆਫ ਇੰਡੀਆ ਨੈਸ਼ਨਲਾਈਜ਼ ਕਦੋਂ ਹੋਇਆ ਜੀ 1955 ਦੇ ਵਿੱਚ ਹੋਇਆ। 1921 ਦੇ ਵਿੱਚ ਕੀ ਹੈ ਜੀ ਇਹਨੂੰ ਪਹਿਲਾਂ ਕਹਿੰਦੇ ਸੀ, 1921 ਦੇ ਵਿੱਚ ਫਾਊਂਡ ਹੋਇਆ ਸੀ ਪਹਿਲਾਂ, ਉਦੋਂ ਇਹਨੂੰ ਕਹਿੰਦੇ ਸੀਗੇ ਜੀ ਇੰਪੀਰੀਅਲ ਬੈਂਕ ਆਫ ਇੰਡੀਆ। ਠੀਕ ਹੈ, ਤੁਹਾਨੂੰ ਮੈਂ ਦੁਬਾਰੇ ਦੱਸਦਾ, ਪੇਪਰ ਤੁਹਾਨੂੰ ਪੁੱਛ ਲੈਣ ਕਿ ਸਭ ਤੋਂ ਪਹਿਲਾਂ ਜਿਹੜਾ SBI ਹੈ ਇਹਦਾ ਪਹਿਲਾ ਨਾਮ ਕੀ ਸੀਗਾ, ਇੰਪੀਰੀਅਲ ਬੈਂਕ ਆਫ ਇੰਡੀਆ ਸੀਗਾ ਜੀ। ਠੀਕ ਹੈ, ਉਸ ਤੋਂ ਬਾਅਦ ਇਹਦਾ ਨਾਮ ਹੈ ਜਿਹੜਾ ਉਹ SBI ਕਰ ਦਿੱਤਾ ਗਿਆ। 1955 ਦੇ ਵਿੱਚ ਨੈਸ਼ਨਲਾਈਜ਼ ਹੋਇਆ। ਠੀਕ ਹੈ, ਬਣਿਆ ਕਦੋਂ ਸੀ 1921 ਦੇ ਵਿੱਚ, ਉਦੋਂ ਇਹਨੂੰ ਇੰਪੀਰੀਅਲ ਬੈਂਕ ਕਹਿੰਦੇ ਸੀ, ਇੰਪੀਰੀਅਲ ਬੈਂਕ ਆਫ ਇੰਡੀਆ ਕਹਿੰਦੇ ਸੀ। ਠੀਕ ਹੈ ਜੀ, ਅਤੇ ਤੁਹਾਨੂੰ ਮੈਂ ਹੁਣ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਆਪਣਾ ਕੀ ਹੈ ਜੀ ਇੰਡੀਆ ਦੇ ਪੇਪਰ ਦੇ ਵਿੱਚ ਪੁੱਛ ਲੈਣਾ ਨਾਰਥ ਈਸਟ ਸਾਊਥ ਵੈਸਟ। ਠੀਕ ਹੈ, ਵੈਸਟ ਦੇ ਵਿੱਚ ਗੁਜਰਾਤ ਹੈ, ਈਸਟ ਦੇ ਵਿੱਚ ਕੀ ਹੈ ਜੀ ਅਰੁਣਾਚਲ ਪ੍ਰਦੇਸ਼ ਹੈ। ਠੀਕ ਹੈ, ਨਾਰਥ ਦੇ ਵਿੱਚ ਜਿਹੜਾ ਪੁਆਇੰਟ ਹੈ ਜੀ ਉਹ ਹੈਗਾ ਇੰਦਰਾ ਕੌਲ। ਠੀਕ ਹੈ, ਬਹੁਤ ਇੰਪੋਰਟੈਂਟ ਹੈ ਇੰਦਰਾ ਕੌਲ। ਸਾਊਦਰਨ ਮੋਸਟ ਪੁਆਇੰਟ ਹੈਗਾ ਜੀ ਇੰਦਰਾ ਪੁਆਇੰਟ। ਠੀਕ ਹੈ, ਇੰਦਰਾ ਪੁਆਇੰਟ ਨੂੰ ਹੋਰ ਕਿਹੜੇ ਨਾਲ ਜਾਣਿਆ ਜਾਂਦਾ, ਇਹ ਪੇਪਰ ਦੇ ਵਿੱਚ ਬਹੁਤ ਪੁੱਛਦੇ ਨੇ, ਪਾਈਮੇਗਲਿਅਨ ਪੁਆਇੰਟ। ਠੀਕ ਹੈ, ਇੰਗਲਿਸ਼ ਦੇ ਵਿੱਚ ਹੀ ਯਾਦ ਰੱਖਣਾ ਪਊਗਾ, ਪਾਈਮੇਗਲਿਅਨ ਪੁਆਇੰਟ ਹੈ ਜੀ ਜਿਹੜਾ। ਠੀਕ ਹੈ ਜੀ, ਅਤੇ ਇੱਥੇ ਜਿਹੜੇ ਆਪਣੇ ਟਾਈਮ ਹੈ ਜਿਹੜਾ ਡਿਗਰੀਜ਼ ਨੇ, ਲੈਟੀਟਿਊਡ ਜਾਂ ਲੌਂਗੀਟਿਊਡ ਨੇ, ਉਹ ਕਿਹੜੇ ਨੇ ਜੀ, ਨਾਰਥ ਦੇ ਵਿੱਚ ਹੈਗਾ ਜੀ 37 ਡਿਗਰੀ 6 ਮਿੰਟ, ਸਾਊਥ ਦੇ ਵਿੱਚ ਹੈਗਾ ਜੀ 8 ਡਿਗਰੀ 4 ਮਿੰਟ। ਠੀਕ ਹੈ, ਵੈਸਟ ਦੇ ਵਿੱਚ ਹੈਗਾ ਜੀ 68 ਡਿਗਰੀ 7 ਮਿੰਟ, ਅਤੇ ਈਸਟ ਦੇ ਵਿੱਚ ਹੈਗਾ ਜੀ 97 ਡਿਗਰੀ 25 ਮਿੰਟ। ਇੰਪੋਰਟੈਂਟ ਹੈ ਜੀ ਇਹ, ਇਹਨਾਂ ਨੂੰ ਧਿਆਨ ਨਾਲ ਸੁਣਿਓ। 37 6 8 4 68 7 97 25। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਹੋਰ ਮੈਂ ਤੁਹਾਨੂੰ ਦੱਸ ਸਕਦਾ ਜੀ ਇੰਡੀਆ ਜਿਹੜਾ ਭਾਰਤ ਦੇ ਵਿੱਚ ਕਿੱਥੇ ਜੇ ਐਗਜ਼ਿਸਟ ਕਰਦਾ, ਤਾਂ ਉਹ ਕਰਦਾ ਜੀ ਨਾਰਥ ਈਸਟ ਦੇ ਵਿੱਚ। ਠੀਕ ਹੈ, ਯਾਦ ਰੱਖਿਓ, ਇੱਥੇ ਜੇ ਐਗਜ਼ਿਸਟ ਕਰਦੇ ਹਾਂ ਜੀ ਆਪਾਂ ਵਰਲਡ ਮੈਪ ਦੇ ਉੱਤੇ ਨਾਰਥ ਈਸਟ ਦੇ ਵਿੱਚ। ਜੇ ਪੰਜਾਬ ਵਾਲੇ ਬੰਦਿਆਂ ਨੇ ਯਾਦ ਕਰਨਾ ਕਿ ਪੰਜਾਬ ਹੈ ਜਿਹੜਾ ਉਹ ਇੰਡੀਆ ਦੇ ਕਿੱਧਰਲੇ ਪਾਸੇ ਹੈ, ਤਾਂ ਉਹ ਕਹੋਗੇ ਜੀ ਤੁਸੀਂ ਨਾਰਥ ਵੈਸਟ ਵਾਲੇ ਪਾਸੇ। ਠੀਕ ਹੈ, ਨਾਰਥ ਵੈਸਟ ਦੇ ਵਿੱਚ ਹੈ ਜੀ ਪੰਜਾਬ ਇੰਡੀਆ ਦੇ। ਠੀਕ ਹੈ, ਜੇ ਇੰਡੀਆ ਪੁੱਛੇ ਵਰਲਡ ਦੇ ਵਿੱਚ ਕਿੱਥੇ ਹੈ ਜੀ, ਤਾਂ ਤੁਸੀਂ ਕਹੋਗੇ ਨਾਰਥ ਈਸਟ ਦੇ ਵਿੱਚ ਹੈ। ਠੀਕ ਹੈ, ਅਤੇ ਆਪਣੇ ਜਿਹੜੀ ਟ੍ਰੋਪਿਕ ਆਫ ਕੈਂਸਰ ਹੈ ਲੰਘਦੀ ਹੈ ਵਿੱਚ ਦੀ ਆਪਣੇ ਇੰਡੀਆ ਦੇ ਵਿੱਚ ਦੀ, ਤਾਂ ਹਾਂਜੀ ਬਿਲਕੁਲ ਲੰਘਦੀ ਹੈ। ਤਾਂ ਤੁਸੀਂ ਕਹੋਗੇ ਜੀ 8 ਸਟੇਟਾਂ ਦੇ ਵਿੱਚੋਂ ਕੀ ਹੈ ਲੰਘਦੀ ਹੈ। ਕਿਹੜੀਆਂ ਗੁਜਰਾਤ ਲੈਣ ਬਾਅਦ ਹੈ ਜੀ। ਠੀਕ ਹੈ, ਗੁਜਰਾਤ, ਰਾਜਸਥਾਨ, मध्य प्रदेश, फिर छत्तीसगढ़, फिर झारखंड, फिर पश्चिम बंगाल, फिर त्रिपुरा, फिर मिजोरम। ठीक है, याद रखियो, इंपॉर्टेंट है।
ਵਿਚ ਪਲੈਨਟ ਕੰਟੇਨਸ ਸੈਕਿੰਡ ਮੈਕਸੀਮਮ ਸੈਟੇਲਾਈਟ। ਦੇਖੋ ਜੀ ਸੈਕਿੰਡ ਮੈਕਸੀਮਮ ਸੈਟੇਲਾਈਟ ਪੁੱਛਿਆ ਉਹਨੇ ਕਿ ਕਿਹੜੇ ਪਲੈਨਟ ਦੇ ਵਿੱਚ ਨੇ, ਤਾਂ ਤੁਸੀਂ ਕਹੋਗੇ ਜੀ ਯੂਪੀਟਰ। ਸੀ ਆਪਸ਼ਨ ਇਹਦਾ ਕੀ ਹੈ ਜੀ ਸਹੀ ਆਨਸਰ ਹੈ। ਹੁਣ ਬਹੁਤੇ ਬੱਚਿਆਂ ਨੂੰ ਕੀ ਹੈ ਜੀ ਕਨਫਿਊਜ਼ਨ ਹੋਊਗੀ ਕਿ ਯੂਪੀਟਰ ਕੋਲ ਤਾਂ ਸਾਰਿਆਂ ਨਾਲੋਂ ਵੱਧ ਸੀਗੇ, ਕਿੰਨੇ ਸੀਗੇ 67 ਸੀਗੇ, ਫਿਰ ਇਹ ਸੈਕਿੰਡ ਕਿਵੇਂ ਹੋ ਗਿਆ। ਨਹੀਂ ਜੀ ਹੁਣ ਕੀ ਹੋ ਗਿਆ, ਚੇਂਜ ਹੋ ਗਿਆ ਕਿ ਸੈਚਰਨ ਕੋਲ ਪਹਿਲਾਂ 62 ਸੀਗੇ, ਤਾਂ ਇੱਥੇ 20 ਜਿਹੜੇ ਸੈਟੇਲਾਈਟ ਨੇ ਉਹ ਹੋਰ ਲੱਭ ਗਏ, ਤਾਂ ਸੈਚਰਨ ਕੋਲੇ ਹੋ ਗਏ ਜੀ 82। ਠੀਕ ਹੈ, ਤਾਂ ਫਸਟ ਦੇ ਜੇ ਪੇਪਰ ਦੇ ਵਿੱਚ ਪੁੱਛੋਏ ਕਿ ਕਿਹੜੇ ਪਲੈਨਟ ਕੋਲੇ ਮੈਕਸੀਮਮ ਸੈਟੇਲਾਈਟ ਨੇ, ਤਾਂ ਤੁਸੀਂ ਕਹੋਗੇ ਜੀ ਸੈਚਰਨ। ਦੂਜੇ ਨੰਬਰ ਤੇ ਕਿਹਦੇ ਕੋਲ ਨੇ, ਯੂਪੀਟਰ ਕੋਲੇ। ਠੀਕ ਹੈ ਜੀ, ਇੰਨੀ ਗੱਲ ਕਲੀਅਰ ਹੈ। ਯੂਪੀਟਰ ਕੋਲੇ ਜਿਹੜਾ ਸਾਰਿਆਂ ਨਾਲੋਂ ਲਾਰਜੈਸਟ ਪਲੈਨਟ ਆ ਪੇਪਰ ਦੇ ਵਿੱਚ ਪੁੱਛ ਲੈਣ ਉਹ ਕਿਹਦਾ ਅਕੋਰਡ ਹੈ ਜੀ, ਤਾਂ ਉਹ ਹੈਗਾ ਜੀ ਯੂਪੀਟਰ। ਠੀਕ ਹੈ, ਇੰਨੀ ਗੱਲ ਕਲੀਅਰ ਹੈ। ਫਾਸਟੈਸਟ ਰੋਟੇਸ਼ਨ ਪੁੱਛੇ, ਰੋਟੇਸ਼ਨ ਪੁੱਛੇ, ਠੀਕ ਹੈ, ਤਾਂ ਉਹ ਵੀ ਕਿਹਦਾ ਜੀ ਯੂਪੀਟਰ ਦਾ। ਹੁਣ ਰੋਟੇਸ਼ਨ ਤੇ ਰੈਵੋਲੂਸ਼ਨ ਦਾ ਮੈਂ ਪਹਿਲਾਂ ਕਨਸੈਪਟ ਸਮਝਾ ਚੁੱਕੇ ਹਾਂ ਪਿਛਲੇ ਕੁਐਸਚਨਾਂ ਦੇ ਵਿੱਚ, ਤਾਂ ਆਪਾਂ ਲੰਬਾ ਨਹੀਂ ਖਿੱਚਦੇ ਇਹਨੂੰ। ਠੀਕ ਹੈ, ਰੋਟੇਸ਼ਨ ਤੇ ਰੈਵੋਲੂਸ਼ਨ ਪਤਾ ਹੋਊਗਾ ਸਾਰਿਆਂ ਨੂੰ। ਤੇ ਤੁਹਾਡਾ ਜਿਹੜਾ ਯੂਪੀਟਰ ਹੈ ਇਹਦੇ ਜਿਹੜੇ ਮਤਲਬ ਸੈਟੇਲਾਈਟ ਨੇ ਉਹਨਾਂ ਦੇ ਨਾਮ ਕੀ ਕੀ ਨੇ, ਜਿਵੇਂ ਯੂਰਪਾ, ਠੀਕ ਹੈ, ਕੈਲਿਸਟੋ, ਠੀਕ ਹੈ, ਇਹ ਤਿੰਨ ਕੁ ਯਾਦ ਰੱਖ ਲਿਓ, ਇੰਪੋਰਟੈਂਟ ਨੇ। ਗੈਨੇਮੇਡ, ਗੈਨੇਮੇਡ ਕੀ ਹੈ ਜੀ ਸਾਰਿਆਂ ਨਾਲੋਂ ਵੱਡਾ ਸੈਟੇਲਾਈਟ ਹੈ ਜੀ ਸੋਲਰ ਸਿਸਟਮ ਦਾ, ਪੇਪਰ ਦੇ ਵਿੱਚ ਪੁੱਛ ਲਿਆ ਗੈਨੇਮੇਡ ਆ ਕਿਹਦੇ ਕੋਲੇ ਆ, ਯੂਪੀਟਰ ਕੋਲੇ। ਠੀਕ ਹੈ ਜੀ, ਤੇ ਸੈਚੁਰਨ ਦਾ ਜਿਹੜਾ ਇੰਪੋਰਟੈਂਟ ਸੈਟੇਲਾਈਟ ਹੈ ਜੀ ਉਹਦਾ ਨਾਮ ਕੀ ਹੈ ਜੀ ਟਾਈਟਨ, ਟਾਈਟਨ ਐਨ। ਠੀਕ ਹੈ ਜੀ, ਵੀਨਸ, ਵੀਨਸ ਪੇਪਰ ਦੇ ਵਿੱਚ ਪੁੱਛ ਲੈਣ ਬ੍ਰਾਈਟੈਸਟ ਪਲੈਨਟ ਹੈ ਜੀ। ਠੀਕ ਹੈ, ਮਾਰਨਿੰਗ ਸਟਾਰ ਹੈ ਜੀ, ਈਵਨਿੰਗ ਸਟਾਰ ਹੈ ਜੀ। ਠੀਕ ਹੈ, ਧਰਤੀ ਦੇ ਜਿਹੜਾ ਨੇੜੇ ਵਾਲਾ ਗ੍ਰਹਿ ਆ ਪੇਪਰ ਦੇ ਵਿੱਚ ਪੁੱਛ ਲੈਣ ਅਰਥ ਕਲੋਜ਼ੈਸਟ ਪਲੈਨਟ ਕਿਹੜਾ, ਤਾਂ ਵੀਨਸ ਹੈ, ਕਿਉਂਕਿ ਧਰਤੀ ਕੀ ਹੈ ਜੀ ਵੀਨਸ ਤੇ ਮਾਰਸ ਦੇ ਵਿੱਚ ਕੀ ਹੈ ਜੀ ਐਗਜ਼ਿਸਟ ਕਰਦੀ ਹੈ। ਠੀਕ ਹੈ, ਤਾਂ ਵੀਨਸ ਤੇ ਮਾਰਸ ਦੇ ਵਿੱਚ ਬੱਚੇ ਕਨਫਿਊਜ਼ ਹੋ ਜਾਂਦੇ ਨੇ, ਤਾਂ ਵੀਨਸ ਦੇ ਕੀ ਹੈ ਜੀ ਜ਼ਿਆਦਾ ਨੇੜੇ ਹੈ। ਠੀਕ ਹੈ, ਵੀਨਸ ਨੂੰ ਹੋਰ ਕਿਹੜੇ ਮਤਲਬ ਆਪਾਂ ਅਰਥਜ਼ ਟਵਿਨ ਵੀ ਕਹਿੰਦੇ ਆ, ਅਰਥਜ਼ ਟਵਿਨ। ਠੀਕ ਹੈ, ਨੈਪਚੂਨ, ਨੈਪਚੂਨ ਕੀ ਹੈ ਜੀ ਮਰਕਰੀ, ਵੀਨਸ, ਅਰਥ, ਮਾਰਸ, ਯੂਪੀਟਰ, ਸੈਚੁਰਨ, ਮਰਕਰੀ, ਵੀਨਸ, ਅਰਥ, ਮਾਰਸ, ਯੂਪੀਟਰ, ਸੈਚੁਰਨ, ਯੂਰੇਨਸ ਤੇ ਨੈਪਚੂਨ। ਨੈਪਚੂਨ ਕੀ ਹੈ ਜੀ ਸਾਡਾ ਲਾਸਟ ਵਾਲਾ ਪਲੈਨਟ ਹੈ, ਮਤਲਬ 8ਵੇਂ ਨੰਬਰ ਦਾ ਕੀ ਹੈ ਜੀ ਨੈਪਚੂਨ ਪਲੈਨਟ ਹੈ। ਸਾਰਿਆਂ ਨਾਲੋਂ ਠੰਡਾ ਜਿਹੜਾ ਪਲੈਨਟ ਆ ਉਹ ਹੈ ਕਿਹੜਾ ਜੀ, ਤਾਂ ਤੁਸੀਂ ਕਹੋਗੇ ਜੀ ਨੈਪਚੂਨ ਹੈ। ਠੀਕ ਹੈ, ਤੇ ਇਹਦਾ ਜਿਹੜਾ ਸਲੋਐਸਟ ਰੈਵੋਲੂਸ਼ਨ ਹੈ, ਠੀਕ ਹੈ, ਰੈਵੋਲੂਸ਼ਨ ਸਾਰਿਆਂ ਨਾਲੋਂ ਸਲੋ ਕਿਹਦਾ ਜੀ ਨੈਪਚੂਨ ਦਾ, ਤੇ ਸਾਰਿਆਂ ਨਾਲੋਂ ਫਾਸਟ ਰੈਵੋਲੂਸ਼ਨ ਕਿਹਦਾ ਜੀ, ਉਹ ਹੈਗਾ ਤੁਹਾਡਾ ਵੀਨਸ ਦਾ। ਮਤਲਬ ਕਿਸੇ ਦੇ ਧੁਰੇ ਦੁਆਲੇ ਚੱਕਰ ਲਾਉਣਾ ਉਹਨੂੰ ਕਹਿੰਦੇ ਰੈਵੋਲੂਸ਼ਨ, ਤੇ ਆਪਣੇ ਧੁਰੇ ਦੇ ਦੁਆਲੇ ਚੱਕਰ ਲਾਉਣਾ ਜੀ ਉਹ ਹੁੰਦਾ ਰੋਟੇਸ਼ਨ। ਠੀਕ ਹੈ, ਤੇ ਤੁਸੀਂ ਨੈਪਚੂਨ ਦੇ ਦੋ ਸੈਟੇਲਾਈਟ ਵੀ ਯਾਦ ਰੱਖ ਸਕਦੇ ਹੋ ਜੀ, ਟਰਾਈਟਨ ਤੇ ਨੈਰਿਡ, ਟਰਾਈਟਨ ਤੇ ਨੈਰਿਡ। ਠੀਕ ਹੈ ਜੀ, ਤੇ ਤੁਸੀਂ ਯੂਰੇਨਸ ਦੇ ਵੀ ਯਾਦ ਰੱਖ ਸਕਦੇ ਹੋ, ਮਰਿੰਡਾ ਤੇ ਏਰੀਅਲ। ਠੀਕ ਹੈ, ਇੰਨੀ ਕਿ ਇਨਫੋਰਮੇਸ਼ਨ ਕਾਫੀ ਹੈ ਇਹਦੇ ਲਈ। ਵਟ ਇਜ਼ ਦਾ ਰੇਸ਼ੀਓ ਆਫ ਨੈਸ਼ਨਲ ਫਲੈਗ ਆਫ ਇੰਡੀਆ, ਇਹ ਪੇਪਰ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੁਐਸਚਨ ਆਇਆ ਜੀ, ਤਾਂ 3:2 ਹੈ ਜਿਹੜੀ ਉਹ ਰੇਸ਼ੀਓ ਹੈ ਕਿਹਦੀ, ਨੈਸ਼ਨਲ ਫਲੈਗ ਆਫ ਇੰਡੀਆ ਦੀ। ਠੀਕ ਹੈ, ਨੈਸ਼ਨਲ ਫਲੈਗ ਦੇ ਵਿੱਚ ਕੀ ਹੈ ਜੀ 3 ਕਲਰਸ ਨੇ ਆਪਣੇ ਬੇਸਿਕਲੀ, ਕੇਸਰੀ ਹੈ ਜੀ, ਸਫੈਦ ਹੈ ਤੇ ਹਰਾ ਗਾ। ਠੀਕ ਹੈ, ਇੰਨੀ ਗੱਲ ਕਲੀਅਰ ਹੈ। ਉਹਦੇ ਵਿੱਚ ਕੀ ਹੈ ਜੀ ਇੱਕ ਅਸ਼ੋਕ ਚੱਕਰ ਵੀ ਹੈ ਜੀ, ਤਾਂ ਉਹਦਾ ਜਿਹੜਾ ਕਲਰ ਹੈ ਪੇਪਰ ਦੇ ਵਿੱਚ ਪੁੱਛ ਲੈਂਦੇ ਉਹ ਕਿਹੜਾ ਜੀ, ਤਾਂ ਨੇਵੀ ਬਲੂ ਆ। ਠੀਕ ਹੈ, ਇੰਨੀ ਗੱਲ ਕਲੀਅਰ ਹੈ, ਬਲੂ ਨਹੀਂ ਹੈਗਾ ਨੇਵੀ ਬਲੂ ਆ। ਠੀਕ ਹੈ, ਤਾਂ ਉਹਦੇ ਵਿੱਚ ਜਿਹੜੇ ਚੱਕਰ ਦੇ ਵਿੱਚ ਸਪੋਕਸ ਨੇ, ਲਾਈਨਾਂ ਨੇ, ਉਹ ਕਿੰਨੀਆਂ ਨੇ, ਤਾਂ 24 ਨੇ। ਠੀਕ ਹੈ, ਇੰਨੀ ਗੱਲ ਕਲੀਅਰ ਹੈ। ਨੈਸ਼ਨਲ ਫਲੈਗ ਹੈ ਜਿਹੜਾ ਉਹ ਆਪਾਂ ਅਡੋਪਟ ਕਦੋਂ ਕੀਤਾ, ਪੇਪਰ ਦੇ ਵਿੱਚ ਬਹੁਤ ਪੁੱਛਦੇ ਨੇ, ਤਾਂ ਉਹ ਅਡੋਪਟ ਕੀਤਾ ਜੀ ਆਪਾਂ 22 ਜੁਲਾਈ 1947 ਨੂੰ ਕਿਹਾ ਜੀ ਇਹ ਆਪਾਂ ਅਡੋਪਟ ਕੀਤਾ ਜੀ। ਠੀਕ ਹੈ, ਤੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ, ਨੈਸ਼ਨਲ ਐਂਥਮ ਪੇਪਰ ਦੇ ਵਿੱਚ ਪੁੱਛ ਲੈਣ ਕਿ ਆਪਾਂ ਕਦੋਂ ਅਡੋਪਟ ਕੀਤਾ ਜੀ, 24 ਜਨਵਰੀ 1950 ਨੂੰ ਕੀਤਾ ਜੀ। ਨੈਸ਼ਨਲ ਸੌਂਗ ਕਦੋਂ ਕੀਤਾ ਜੀ, 26 ਜਨਵਰੀ 1950 ਨੂੰ। ਠੀਕ ਹੈ, ਤੇ ਸਾਡੀਆਂ ਸੁਪਰੀਮ ਕੋਰਟ ਕਦੋਂ ਬਣੀ ਹੈ ਜੀ, ਸੁਪਰੀਮ ਕੋਰਟ ਕਦੋਂ ਬਣੀ ਹੈ ਜੀ, 28 ਜਨਵਰੀ 1950। ਠੀਕ ਹੈ, ਤਾਂ ਮੈਂ ਸਮਾਂ ਨਹੀਂ ਵੇਸਟ ਕਰਦਾ ਕਿਉਂਕਿ ਲੈਕਚਰ ਲੰਬਾ ਹੋ ਜਾਂਦਾ। ਨੈਸ਼ਨਲ ਐਂਥਮ ਹੈ ਜਿਹੜਾ 24 ਜਨਵਰੀ 1950 ਨੂੰ ਆਪਣਾ ਕਿਹੜਾ ਜੀ, ਜਨ ਗਣ ਮਨ ਹੈ ਜੀ। ਠੀਕ ਹੈ, ਨੈਸ਼ਨਲ ਸੌਂਗ ਕਿਹੜਾ ਜੀ, ਬੰਦੇ ਮਾਤਰਮ ਹੈ, ਤੇ 28 ਜਨਵਰੀ 1950 ਨੂੰ ਸੁਪਰੀਮ ਕੋਰਟ ਦਾ ਉਦਘਾਟਨ ਹੋਇਆ ਜੀ। ਠੀਕ ਹੈ, ਤੇ ਐਟ ਪ੍ਰੈਜ਼ੈਂਟ 34 ਜੱਜ ਨੇ ਸੁਪਰੀਮ ਕੋਰਟ ਦੇ। ਇੰਨੀ ਗੱਲ ਕਲੀਅਰ ਹੈ ਜੀ। ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੈਣ ਕਿ ਸਾਡਾ ਕੈਲੰਡਰ ਹੈ ਜਿਹੜਾ ਨੈਸ਼ਨਲ ਕੈਲੰਡਰ ਹੈ ਉਹ ਕਦੋਂ ਅਡੋਪਟ ਕੀਤਾ ਜੀ ਅਸੀਂ, ਤਾਂ ਤੁਸੀਂ ਕਹੋਗੇ ਜੀ 22 ਮਾਰਚ 1957। ਠੀਕ ਹੈ ਜੀ, 22 ਮਾਰਚ 1957 ਨੂੰ ਨੈਸ਼ਨਲ ਕੈਲੰਡਰ ਜਿਹੜਾ ਅਡੋਪਟ ਕੀਤਾ ਹੈ। ਠੀਕ ਹੈ ਜੀ,
ਤੇ ਜਿਹੜਾ ਸੰਵਿਧਾਨ ਹੈ ਆਪਣਾ, ਠੀਕ ਹੈ, ਸੰਵਿਧਾਨ ਹੈ ਜਿਹੜਾ ਉਹ ਅਡੋਪਟ ਕਦੋਂ ਕੀਤਾ ਹੈ। ਪੇਪਰ ਦੇ ਵਿੱਚ ਬਹੁਤ ਜ਼ਿਆਦਾ ਕੁਐਸਚਨ ਇਹ ਉਲਝਾਉਂਦਾ ਹੈ। ਇੱਕ ਟਰਮ ਵਰਤਦਾ ਉਹ ਅਡੋਪਟ, ਇੱਕ ਵਰਤਦਾ ਜੀ ਉਹ ਇੰਪਲੀਮੈਂਟੇਸ਼ਨ। ਦੋਨਾਂ 'ਚ ਤੁਸੀਂ ਸਮਝਿਓ ਫਰਕ। ਜਦੋਂ ਤਾਂ ਪੁੱਛੇ ਅਡੋਪਟ, ਫਿਰ ਤੁਸੀਂ ਕਹਿਣਾ ਜੀ 26 ਨਵੰਬਰ 1949 ਨੂੰ ਅਸੀਂ ਕੀ ਹੈ ਜੀ ਸੰਵਿਧਾਨ ਹੈ ਜਿਹੜਾ ਅਡੋਪਟ ਕੀਤਾ ਹੈ। ਜੇ ਫਿਰ ਪੇਪਰ ਦੇ ਵਿੱਚ ਪੁੱਛੇ ਇੰਪਲੀਮੈਂਟ ਜਾਂ ਕੇਮ ਇਨਟੂ ਫੋਰਸ, ਟਰਮ ਆਊਗੀ ਪੇਪਰ ਦੇ ਵਿੱਚ ਕੇਮ ਇਨਟੂ ਫੋਰਸ ਜਾਂ ਇੰਪਲੀਮੈਂਟੇਸ਼ਨ, ਫਿਰ ਤੁਸੀਂ ਕਹੋਗੇ ਜੀ 26 ਜਨਵਰੀ 1950। ਠੀਕ ਹੈ, ਇੰਨੀ ਗੱਲ ਕਲੀਅਰ ਹੈ ਜੀ। ਸੰਵਿਧਾਨ ਦੇ ਵਿੱਚ ਆਪਣੇ ਕਿੰਨੇ ਪੇਜਸ ਨੇ ਟੋਟਲ, ਤਾਂ ਤੁਸੀਂ ਕਹੋਗੇ ਜੀ 232 ਪੇਜਸ ਨੇ ਜੀ। ਠੀਕ ਹੈ, 232। ਠੀਕ ਹੈ, ਤੇ ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ ਜੀ, ਆਪਣਾ ਜਿਹੜਾ ਨੈਸ਼ਨਲ ਐਂਥਮ ਹੈ ਇਹ ਕਿੰਨੇ ਸੈਕਿੰਡਸ ਦੇ ਵਿੱਚ ਗਾਇਆ ਜਾਂਦਾ ਜੀ, ਤਾਂ ਤੁਸੀਂ ਕਹੋਗੇ ਜੀ 52 ਸੈਕਿੰਡ ਦੇ ਵਿੱਚ ਗਾਇਆ ਜਾਂਦਾ ਹੈ। ਨੈਸ਼ਨਲ ਸੌਂਗ ਹੈ ਜਿਹੜਾ ਹੈ ਇਹਦੇ ਲਈ ਕਿੰਨਾ ਸਮਾਂ ਲੱਗਦਾ ਜੀ, ਤਾਂ 65 ਸੈਕਿੰਡ ਲੱਗਦੇ ਆ। ਠੀਕ ਹੈ, 65 ਸੈਕਿੰਡਸ ਲੱਗਦੇ ਆ, ਜਾਂ 1 ਮਿੰਟ 5 ਸੈਕਿੰਡ ਵੀ ਆਪਸ਼ਨ ਦੇ ਵਿੱਚ ਦੇ ਸਕਦਾ ਹੈ। ਠੀਕ ਹੈ, ਇਹ ਵੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਟੈਕਨੀਕਲ ਇਨਫੋਰਮੇਸ਼ਨ ਕਾਫੀ ਹੈ। ਬਟ ਇਜ਼ ਦਾ ਸਾਊਦਰਨ ਮੋਸਟ ਏਰੀਆ ਆਫ ਇੰਡੀਅਨ ਲੈਂਡ, ਇੰਡੀਅਨ ਲੈਂਡ ਦੇ ਵਿੱਚ ਜਿਹੜਾ ਸਾਊਦਰਨ ਮੋਸਟ ਜਿਹੜਾ ਪੁਆਇੰਟ ਹੈ ਜੀ ਉਹ ਕਿਹੜਾ ਜੀ, ਤਾਂ ਉਹ ਹੈਗਾ ਜੀ ਤੁਹਾਡਾ ਕੰਨਿਆ ਕੁਮਾਰੀ। ਠੀਕ ਹੈ, ਬੀ ਆਪਸ਼ਨ ਇਹਦਾ ਜਿਹੜਾ ਹੈਗਾ ਸਹੀ ਆਨਸਰ ਹੈ। ਜੇ ਲੈਂਡ ਪੁੱਛੇ ਫਿਰ ਕੰਨਿਆ ਕੁਮਾਰੀ ਆਊਗਾ। ਜੇ ਦੇਖੋ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਇੰਦਰਾ ਕੌਲ ਹੈ ਜਿਹੜਾ ਨੌਰਦਰਨ ਪੁਆਇੰਟ ਹੈ ਇੰਦਰਾ ਕੌਲ, ਤੇ ਵੈਸਟਰਨ ਪੁਆਇੰਟ ਹੈ ਜਿਹੜਾ ਉਹ ਹੈਗਾ ਜੀ ਇੰਦਰਾ ਪੁਆਇੰਟ। ਠੀਕ ਹੈ, ਤੇ ਬਟ ਜੇ ਧਰਤੀ 'ਤੇ ਪੁੱਛੇ ਤਾਂ ਇੱਥੇ ਜੇ ਕੰਨਿਆ ਕੁਮਾਰੀ ਹੈ ਜੀ, ਤੇ ਯਾਦ ਰੱਖਿਓ ਕੰਨਿਆ ਕੁਮਾਰੀ ਦਾ ਲੈਂਡ ਪੁੱਛੇ ਤਾਂ। ਠੀਕ ਹੈ, ਕੰਨਿਆ ਕੁਮਾਰੀ ਆਊਗਾ। ਗਲਫ ਆਫ ਮਨਾਰ ਇਹ ਕਿਹਨੂੰ ਕਿਹਨੂੰ ਮਤਲਬ ਕੀ ਹੈ ਜੀ, ਗਲਫ ਆਫ ਮਨਾਰ ਕਿਹੜੇ ਦੋ ਦੇਸ਼ਾਂ ਦੇ ਵਿਚਕਾਰ ਹੈ, ਤਾਂ ਇੰਡੀਆ ਤੇ ਸ਼੍ਰੀਲੰਕਾ ਦੇ ਵਿਚਕਾਰ ਹੈ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇੰਦਰਾ ਕੌਲ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਨਾਰਦਰਨ ਮੋਸਟ ਪੁਆਇੰਟ ਆਪਣੇ ਇੰਡੀਆ ਦਾ। ਠੀਕ ਹੈ, ਇੰਦਰਾ ਪੁਆਇੰਟ ਕੀ ਹੈ ਜੀ, ਸਾਊਦਰਨ ਮੋਸਟ ਪੁਆਇੰਟ ਹੈ ਜੀ। ਠੀਕ ਹੈ, ਤੇ ਤੁਸੀਂ ਯਾਦ ਰੱਖ ਸਕਦੇ ਹੋ ਕਿ ਭਾਰਤ ਹੈ ਜਿਹੜਾ ਉਹ ਨਾਰਥ ਈਸਟ ਦੇ ਵਿੱਚ ਹੈ ਜੀ ਵਰਲਡ ਦੇ ਵਿੱਚ। ਠੀਕ ਹੈ, ਇੰਨੀ ਗੱਲ ਵੀ ਤੁਸੀਂ ਧਿਆਨ ਦੇ ਵਿੱਚ ਰੱਖਿਓ। ਦਾ ਸਨ ਰਾਈਜ਼ਸ ਇਨ ਵਿਚ ਸਟੇਟ ਆਫ ਇੰਡੀਆ, ਸਨ ਰਾਈਜ਼ਸ ਇਨ ਵਿਚ ਸਟੇਟ ਆਫ ਇੰਡੀਆ। ਫਸਟਲੀ ਤਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸਾਰਿਆਂ ਨਾਲੋਂ ਪਹਿਲੀ ਵਾਰ ਕੀ ਹੈ ਜੀ ਸਨ ਹੈ ਜਿਹੜਾ ਉਹ ਚੜ੍ਹਦਾ ਸਾਰਿਆਂ ਨਾਲੋਂ ਪਹਿਲੀ ਵਾਰ। ਠੀਕ ਹੈ, ਅਰੁਣਾਚਲ ਪ੍ਰਦੇਸ਼, ਕਿਉਂਕਿ ਮੈਂ ਤੁਹਾਨੂੰ ਪਿੱਛੇ ਵੀ ਲੌਜਿਕ ਦੱਸ ਚੁੱਕਿਆ ਨਾਰਥ ਈਸਟ ਦੇ ਵਿੱਚ ਕੀ ਹੈ ਜੀ ਸਾਰਿਆਂ ਨਾਲੋਂ ਆਪਣਾ ਜਿਹੜੀ ਸਟੇਟ ਆ ਉਹ ਕਿਹੜੀ ਹੈ ਜੀ ਅਰੁਣਾਚਲ ਪ੍ਰਦੇਸ਼ ਹੈ। ਠੀਕ ਹੈ, ਗੁਜਰਾਤ ਦੇ ਵਿੱਚ ਸਾਰਿਆਂ ਨਾਲੋਂ ਲੇਟ ਚੜ੍ਹਦਾ ਜੀ ਗੁਜਰਾਤ, ਕਿਉਂਕਿ ਵੈਸਟਰਨ ਮੋਸਟ ਪੁਆਇੰਟ ਹੈ ਜੀ। ਠੀਕ ਹੈ, ਰਾਜਸਥਾਨ ਦੇ ਵਿੱਚ ਕੀ ਹੈ ਸਾਰਿਆਂ ਨਾਲੋਂ ਵੱਧ ਜਿਹੜੀ ਆਪਣੀ ਲਾਰਜੈਸਟ ਏਰੀਆ ਵਾਈਜ਼ ਜਿਹੜੀ ਆਪਣੀ ਸਟੇਟ ਆ ਉਹ ਕਿਹੜੀ ਹੈ ਜੀ ਰਾਜਸਥਾਨ ਹੈ। ਰਾਜਸਥਾਨ ਦੀ ਕੈਪੀਟਲ ਕੀ ਹੈ ਜੀ ਜੈਪੁਰ ਹੈ। ਜੈਪੁਰ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਤਾਂ ਪਿੰਕ ਸਿਟੀ ਕਿਹਾ ਜਾਂਦਾ ਹੈ ਜੈਪੁਰ ਨੂੰ। ਠੀਕ ਹੈ, ਤੇ ਅਰੁਣਾਚਲ ਪ੍ਰਦੇਸ਼ ਦੀ ਜਿਹੜੀ ਕੈਪੀਟਲ ਹੈ ਜੀ ਉਹ ਹੈਗੀ ਹੈ ਈਟਾਨਗਰ। ਠੀਕ ਹੈ, ਅਸਾਮ ਦੀ ਜਿਹੜੀ ਕੈਪੀਟਲ ਹੈਗੀ ਹੈ ਜੀ ਉਹ ਹੈਗੀ ਹੈ ਦਿਸਪੁਰ। ਠੀਕ ਹੈ, ਬਸ ਇੰਨਾ ਕੁ ਤੁਸੀਂ ਯਾਦ ਰੱਖ ਲਿਓ। ਜੇ ਪੇਪਰ ਦੇ ਵਿੱਚ ਤੁਹਾਨੂੰ ਪੁੱਛੇ ਲੈਂਡ ਆਫ ਰਾਈਜ਼ਿੰਗ ਸਨ ਤਾਂ ਉਹ ਹੈਗਾ ਜੀ ਜਾਪਾਨ। ਜੇ ਪੇਪਰ ਦੇ ਵਿੱਚ ਪੁੱਛੇ ਲੈਂਡ ਆਫ ਮਿਡਨਾਈਟ ਸਨ ਤਾਂ ਉਹ ਹੈਗਾ ਜੀ ਤੁਹਾਡਾ ਲੈਂਡ ਆਫ ਮਿਡਨਾਈਟ ਸਨ ਉਹ ਹੈਗਾ ਜੀ ਤੁਹਾਡਾ ਨਾਰਵੇ। ਨਾਰਵੇ ਦੀ ਕੈਪੀਟਲ ਕੀ ਹੈ ਜੀ ਓਸਲੋ ਹੈ। ਨਾਰਵੇ ਦੇ ਵਿੱਚ ਪੀਸ ਪ੍ਰਾਈਜ਼ ਦਿੱਤਾ ਜਾਂਦਾ ਹੈ। ਨੋਵਲ ਦਾ ਪੀਸ ਪ੍ਰਾਈਜ਼ ਪੇਪਰ ਦੇ ਵਿੱਚ ਪੁੱਛ ਲੈਣ ਕਿੱਥੇ ਦਿੱਤਾ ਜਾਂਦਾ ਹੈ, ਨਾਰਵੇ ਦੇ ਵਿੱਚ। ਬਾਕੀ ਸਾਰਿਆਂ ਦਾ ਅੱਜ ਕਿੱਥੇ ਦਿੱਤਾ ਜਾਂਦਾ ਜੀ ਸਵੀਡਨ ਦੇ ਵਿੱਚ, ਸਵੀਡਨ ਦੀ ਰਾਜਧਾਨੀ ਸਟਾਕਹੋਮ ਦੇ ਵਿੱਚ। ਠੀਕ ਹੈ, ਇੰਨੀ ਗੱਲ ਯਾਦ ਰੱਖਿਓ ਤੁਸੀਂ, ਇੰਪੋਰਟੈਂਟ ਹੈ। ਇਨਸੂਲਿਨ ਯੂਜ਼ ਟੂ ਕਿਉਰ ਵਿਚ ਡਿਜ਼ੀਜ਼, ਇਨਸੂਲਿਨ ਹੈ ਜਿਹੜਾ ਉਹ ਕਿਹੜੀ ਡਿਜ਼ੀਜ਼ ਨੂੰ ਜਿਹੜਾ ਕਿਉਰ ਕਰਦਾ, ਤਾਂ ਡਾਇਬਟੀਜ਼ ਨੂੰ ਕਿਉਰ ਕਰਦਾ। ਡਾਇਬਟੀਜ਼ ਤੇ ਇਨਸੂਲਿਨ ਦਾ ਜਿਹੜਾ ਫਾਊਂਡਰ ਹੈ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੈਣ ਤਾਂ ਉਹ ਹੈਗਾ ਜੀ ਬੈਂਟਿੰਗ, ਬਹੁਤ ਇੰਪੋਰਟੈਂਟ ਹੈ। ਠੀਕ ਹੈ, ਬੈਂਟਿੰਗ ਕਿਹਦਾ ਫਾਊਂਡਰ ਹੈ ਜੀ ਇਨਸੂਲਿਨ ਦਾ, ਤੇ ਡਾਇਬਟੀਜ਼ ਦਾ ਕੀ ਹੈ ਜੀ ਸ਼ੂਗਰ ਕਹਿੰਦੇ ਜਿਹਨੂੰ ਆਪਾਂ, ਤਾਂ ਉਹਦਾ ਉਹ ਫਾਊਂਡ ਕੀਤਾ ਜੀ ਕਿਹਨੇ, ਬੈਂਟਿੰਗ ਨੇ। ਠੀਕ ਹੈ, ਤੁਹਾਨੂੰ ਮੈਂ ਕੁਛ ਕੁ ਫਾਊਂਡਰ ਦੱਸਦਾ। ਜਿਵੇਂ ਆਪਾਂ ਕਹਿ ਦਈਏ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲਏ ਵਾਈਟਾਮਿਨਸ, ਜਿਹਨੂੰ ਆਪਾਂ ਕਹਿੰਦੇ ਵਿਟਾਮਿਨਸ, ਇਹਦਾ ਜਿਹੜਾ ਫਾਊਂਡਰ ਹੈ ਉਹ ਕੌਣ ਹੈ ਜੀ FG ਹੌਪਕਿੰਸ। ਠੀਕ ਹੈ, ਵਨ ਲਾਈਨਰ ਦੇ ਵਿੱਚ ਬਹੁਤ ਕੁਐਸਚਨ ਬਣਦੇ ਨੇ। ਵਿਟਾਮਿਨ ਜਿਹੜੀ ਟਰਮ ਦਿੱਤੀ ਹੈ ਉਹ ਕਿਹਨੇ ਦਿੱਤੀ ਹੈ, ਸੀ ਫੰਕ ਨੇ।
ठीक है, दोनों गल्लां दे विच की है जी डिफरेंस है। जे पेपर दे विच पूछे कि टर्म किहने दित्ती, तुसीं कहोगे सी फंक दे सी फंक ने। विटामिन दी जिहड़ी डिस्कवरी कीती ਉਹ किहने कीती जी एफ जी हॉपकिंस। ठीक है, जे दोने आ जाण ਤਾਂ ਤੁਸੀਂ ਦੋਨੇ ਆਪਸ਼ਨ ਦੇ ਵਿੱਚ ਲਾ ਸਕਦੇ ਹੋ। ਠੀਕ ਹੈ, ਪੇਪਰ ਦੇ ਵਿੱਚ ਤੁਹਾਨੂੰ ਪੁੱਛੇ ਫਸਟ ਜਿਹੜੀ ਆਪਾਂ ਕਹਿ ਦਈਏ ਵੈਕਸੀਨ ਜਿਹੜੀ ਤਿਆਰ ਕੀਤੀ ਉਹ ਕਾਹਦੀ ਕੀਤੀ ਜੀ, ਤਾਂ ਉਹ ਕੀਤੀ ਜੀ ਚਿਕਨ ਪੌਕਸ ਦੀ। ਠੀਕ ਹੈ, ਚਿਕਨ ਪੌਕਸ ਦੀ ਕੀਤੀ। ਕਿਹਨੇ ਕੀਤੀ ਜੀ, ਐਡਵਰਡ ਜੀਨਰ ਨੇ। ਠੀਕ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਸਾਇੰਸ ਕੀ ਹੈ ਜੀ, 1 ਜਾਂ 2 ਨੰਬਰ ਦੀ ਪੰਜਾਬ ਦੇ ਪੇਪਰਾਂ ਦੇ ਵਿੱਚ ਪੱਕਾ ਹੀ ਆਉਂਦੀ ਹੈ, ਅਤੇ ਇਹੋ ਜਿਹੇ ਕੁਐਸਚਨ ਹੀ ਦੇਖਣ ਨੂੰ ਮਿਲਦੇ ਨੇ। ਪੇਪਰ ਤੁਹਾਨੂੰ ਪੁੱਛੇ ਫਸਟ ਵੈਕਸੀਨ ਕਿਹਨੇ ਤਿਆਰ ਕੀਤੀ, ਤਾਂ ਤੁਸੀਂ ਕਹੋਗੇ ਜੀ ਐਡਵਰਡ ਜੀਨਰ ਨੇ। ਕਾਹਦੀ, ਚਿਕਨ ਪੌਕਸ ਦੀ। ਠੀਕ ਹੈ ਜੀ, ਅਤੇ ਤੁਹਾਡਾ ਟੀ ਬੀ ਦਾ ਜਿਹੜਾ ਮਤਲਬ ਟਿਊਬਰਕਲੋਸਿਸ ਜਿਹੜੀ ਬਿਮਾਰੀ ਹੈ ਇਹਦੀ ਜਿਹੜੀ ਡਿਸਕਵਰੀ ਕੀਤੀ ਹੈ ਜਿਹੜੀ ਇਹਦੀ ਕੀਤੀ ਹੈ ਜੀ ਰੋਬਰਟ ਕੋਚ ਨੇ। ਰੋਬਰਟ ਕੋਚ। ਠੀਕ ਹੈ ਜੀ, ਪੋਲੀਓ ਦੀ ਪੇਪਰ ਦੇ ਵਿੱਚ ਬਹੁਤ ਪੁੱਛਿਆ ਜਾਂਦਾ ਹੈ। ਅਲੈਗਜ਼ੈਂਡਰ ਫਲੈਮਿੰਗ। ਠੀਕ ਹੈ ਜੀ, ਅਲੈਗਜ਼ੈਂਡਰ ਫਲੈਮਿੰਗ ਜੀ। ਅਤੇ ਹੋਰ ਤੁਸੀਂ ਕੀ ਜਾ ਰੱਖ ਸਕਦੇ ਹੋ, ਕਲੋਰੋਫਾਰਮ ਪੁੱਛ ਲਏ ਜੀ ਪੇਪਰ ਦੇ ਵਿੱਚ। ਕਲੋਰੋਫਾਰਮ ਤਾਂ ਤੁਸੀਂ ਕਹੋਗੇ ਜੀ ਹੈਰੀਸਨ ਐਂਡ ਸਿੰਪਸਨ। ਠੀਕ ਹੈ ਜੀ, ਅਤੇ ਬੀਪੀ ਜਿਹੜਾ ਆਪਣਾ ਚੈੱਕ ਕੀਤਾ ਜਾਂਦਾ ਹੈ, ਬਲੱਡ ਪ੍ਰੈਸ਼ਰ। ਠੀਕ ਹੈ, ਉਹਦੇ ਵਾਸਤੇ ਜਿਹੜਾ ਇੰਸਟਰੂਮੈਂਟ ਯੂਜ਼ ਕੀਤਾ ਜਾਂਦਾ ਉਹਦਾ ਕੀ ਨਾਮ ਹੈ ਜੀ, ਉਹਦਾ ਨਾਮ ਹੈਗਾ ਸਫਿਗਨੋਮੀਟਰ। ਠੀਕ ਹੈ, ਸਫਿਗਨੋਮੀਟਰ। ਠੀਕ ਹੈ, ਜੇ ਮੇਰੇ ਬੋਲਣ ਦੇ ਵਿੱਚ ਥੋੜ੍ਹੀ ਜਿਹੀ ਗਲਤੀ ਰਹਿ ਗਈ ਹੋਵੇ ਤਾਂ ਸਫਿਗਨੋਮੀਟਰ ਬਸ ਪੇਪਰ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਜਾਊਗਾ। ਅਤੇ ਬਸ ਇੰਨੀ ਕੁ ਇਨਫੋਰਮੇਸ਼ਨ ਇਹਦੇ ਲਈ ਕਾਫੀ ਹੈ। ਬੀਹੂ ਇਜ਼ ਦਾ ਫੇਮਸ ਫੋਕ ਡਾਂਸ ਆਫ ਵਿਚ ਸਟੇਟ, ਤਾਂ ਇਹ ਹੈਗਾ ਜੀ ਅਸਾਮ ਦਾ। ਠੀਕ ਹੈ, ਤਾਂ ਇਹ ਮੇਨ ਜੇ ਨੇ ਫੋਕ ਡਾਂਸ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ ਬੀਹੂ ਹੈਗਾ ਜੀ ਅਸਾਮ ਦਾ। ਇਸ ਤੋਂ ਇਲਾਵਾ ਅਸਾਮ ਦਾ ਇੱਕ ਬਿਛੂਆ ਵੀ ਯਾਦ ਰੱਖ ਸਕਦੇ ਹੋ। ਠੀਕ ਹੈ, ਵੈਸੇ ਬੀਹੂ ਸਭ ਨਾਲ ਇੰਪੋਰਟੈਂਟ ਹੈ। ਤੁਹਾਨੂੰ ਮੈਂ ਕੁਛ ਕੁ ਸਟੇਟਾਂ ਦੇ ਦੱਸ ਸਕਦਾ, ਜਿਵੇਂ ਆਪਾਂ ਕਰਨਾਟਕ ਦਾ ਪੇਪਰ ਦੇ ਵਿੱਚ ਪੁੱਛ ਲਏ, ਕਰਨਾਟਕ ਦਾ ਫੋਕ ਡਾਂਸ ਕੀ ਹੈ ਜੀ, ਤਾਂ ਤੁਸੀਂ ਕਹੋਗੇ ਜੀ ਯਕਸ਼ਗਨ। ਯਕਸ਼ਗਨ ਕਿਹੜੇ ਸਟੇਟ ਦਾ ਜਿਹੜਾ ਫੋਕ ਡਾਂਸ ਹੈ, ਕਰਨਾਟਕ ਦਾ ਜੀ। ਮੇਘਾਲਿਆ ਦਾ ਪੁੱਛੇ ਤਾਂ ਤੁਸੀਂ ਕਹੋਗੇ ਜੀ ਲਾਹੋ। ਠੀਕ ਹੈ, ਪੇਪਰ ਦੇ ਵਿੱਚ ਪੁੱਛੇ ਤੁਹਾਨੂੰ ਕਿ ਰਾਜਸਥਾਨ ਦਾ ਕੀ ਹੈ ਜੀ, ਤਾਂ ਤੁਸੀਂ ਕਹੋਗੇ ਜੀ ਘੂਮਰ। ਠੀਕ ਹੈ, ਜੇ ਤੁਹਾਨੂੰ ਪੁੱਛੇ ਹਰਿਆਣੇ ਦਾ ਕੀ ਹੈ ਜੀ, ਤਾਂ ਤੁਸੀਂ ਕਹੋਗੇ ਜੀ ਝੂਮਰ। ਠੀਕ ਹੈ ਜੀ, ਅਤੇ ਜੇ ਤੁਹਾਨੂੰ ਪੁੱਛੇ ਪੰਜਾਬ ਦਾ, ਪਤਾ ਹੋਣਾ ਚਾਹੀਦਾ ਸਭ ਨੂੰ, ਗਿੱਧਾ, ਭੰਗੜਾ। ਠੀਕ ਹੈ, ਕਿਤਾਬ ਦੇ ਵਿੱਚ 2-3 ਹੋਰ ਵੀ ਲਿਖੇ ਹੋਏ ਨੇ, ਕਈ ਵਾਰ ਪੇਪਰ ਦੇ ਵਿੱਚ ਪੁੱਛ ਸਕਦਾ, ਡਫ, ਦਮਨ। ਠੀਕ ਹੈ, ਇਹ ਚਾਰੇ ਕੀ ਨੇ ਜੀ, ਪੰਜਾਬ ਦੇ ਨੇ। ਠੀਕ ਹੈ, ਕਿਉਂਕਿ ਗਿੱਧਾ ਭੰਗੜਾ ਹਰ ਇੱਕ ਨੂੰ ਪਤਾ ਹੁੰਦਾ, ਅਤੇ ਡਫ ਧਮਣ ਦਾ ਨਹੀਂ ਪਤਾ ਹੁੰਦਾ। ਠੀਕ ਹੈ, ਅਤੇ ਹੋਰ ਤੁਸੀਂ ਕਿਹਦਾ ਯਾਦ ਰੱਖ ਸਕਦੇ ਹੋ ਜੀ, ਕੇਰਲਾ ਦਾ ਸਭ ਨੂੰ ਹੀ ਪਤਾ ਹੁੰਦਾ ਜੀ ਕੱਥਕ ਕਲੀ। ਪੇਪਰ ਦੇ ਵਿੱਚ ਆਉਂਦਾ ਵੀ ਬਹੁਤ ਵਾਰ ਹੈ ਜੀ। ਠੀਕ ਹੈ, ਕੱਥਕ ਕਲੀ, ਕੇਰਲਾ ਦਾ ਕੱਥਕ ਕਲੀ, ਅਤੇ ਇੱਕ ਮੋਨੀ ਅੱਟਮ। ਠੀਕ ਹੈ, ਕੇਰਲਾ ਦਾ। ਪੇਪਰ 'ਚ ਤੁਹਾਨੂੰ ਪੁੱਛੇ ਮਹਾਰਾਸ਼ਟਰ ਦਾ, ਤਾਂ ਤੁਸੀਂ ਕਹੋਗੇ ਜੀ ਲਾਵਨੀ। ਠੀਕ ਹੈ, ਤੁਹਾਨੂੰ ਪੁੱਛੇ ਮਹਾਰਾਸ਼ਟਰ ਤੋਂ ਇਲਾਵਾ ਵੈਸਟ ਬੰਗਾਲ ਦਾ, ਤਾਂ ਤੁਸੀਂ ਕਹੋਗੇ ਜੀ ਕੱਥੀ। ਠੀਕ ਹੈ, ਤੁਹਾਨੂੰ ਪੁੱਛੇ ਬਿਹਾਰ ਦਾ, ਤੁਸੀਂ ਕਹੋਗੇ ਜੀ ਜਾਤ ਜਤਿਨ। ਠੀਕ ਹੈ, ਤਾਂ ਇੰਨੇ ਕੁ ਬਹੁਤ ਨੇ ਜੀ। ਵੇਅਰ ਇਜ਼ ਦਾ ਹੈਡਕੁਆਟਰ ਆਫ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜਿਹੜਾ ਹੈਡਕੁਆਟਰ ਆ ਉਹ ਕਿੱਥੇ ਹੈ ਜੀ, ਤਾਂ ਦਾ ਹੌਗ ਦੇ ਵਿੱਚ ਹੈ ਜੀ। ਠੀਕ ਹੈ, ਨੈਦਰਲੈਂਡ ਦੇ ਵਿੱਚ ਹੈ ਜੀ ਇਹ। ਠੀਕ ਹੈ, ਨੈਦਰਲੈਂਡ ਦੀ ਕੈਪੀਟਲ ਪੇਪਰ ਦੇ ਵਿੱਚ ਪੁੱਛ ਲਏ ਤਾਂ ਪੇਪਰ 'ਚ ਬਹੁਤ ਬੱਚੇ ਲਾ ਕੇ ਆਉਣਗੇ ਹੌਗ ਨਹੀਂ ਹੈਗੀ ਜੀ ਨੈਦਰਲੈਂਡ ਦੀ ਕੈਪੀਟਲ। ਨੈਦਰਲੈਂਡ ਦੀ ਕੈਪੀਟਲ ਹੈ ਜਿਹੜੀ ਉਹ ਹੈਗੀ ਹੈ ਜੀ ਐਮਸਟਰਡੈਮ। ਠੀਕ ਹੈ, ICJ। ਠੀਕ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇਹ ਔਰਗਨ ਹੈ, ਮਤਲਬ ਹਿੱਸਾ ਕਿਹਦਾ, UNO ਦਾ। ਠੀਕ ਹੈ, UNO ਦੇ ਟੋਟਲ 6 ਔਰਗਨਸ ਨੇ। ਪੇਪਰ ਦੇ ਵਿੱਚ ਪੁੱਛ ਲੈਣ ਤਾਂ ਕਿਹੜੇ ਕਿਹੜੇ ਨੇ ਜੀ, ਜਿਵੇਂ ICJ, ਟਰੂਸਟਿਪ ਕਾਊਂਸਿਲ TC ਕਹਿੰਦੇ ਨੇ ਜਿਹਨੂੰ ਆਪਾਂ, SC ਸਿਕਿਉਰਿਟੀ ਕਾਊਂਸਿਲ। ਠੀਕ ਹੈ, ਜਨਰਲ ਅਸੈਂਬਲੀ GA। ਠੀਕ ਹੈ, ਅਤੇ ਸਕਸ। ਠੀਕ ਹੈ, ਇਸ ਤਰ੍ਹਾਂ ਨਾਮ ਹੈ ਜੀ ਤੁਹਾਡਾ। ਇੱਕ ਹੈਗਾ ਜੀ ਹੋਰ 6ਵਾਂ ਸੀਗਾ ਜਿਹੜਾ ICJ, TC, SC, ਜਨਰਲ ਅਸੈਂਬਲੀ, ਇਕੋਸਕ ਅਤੇ ਸੈਕਟਰੀਏਟ।
ठीक है, याद रखियो इंपॉर्टेंट है। ICJ ਦਾ ਹੈੱਡਕੁਆਟਰ ਹੈ ਜਿਹੜਾ ਉਹ ਤੁਹਾਨੂੰ ਮੈਂ ਦੱਸਤਾ ਹੌਗ ਹੈ। ਬਾਕੀ ਸਾਰਿਆਂ ਦੇ ਪੇਪਰ ਦੇ ਵਿੱਚ ਪੁੱਛ ਲੈਣ ਕਿੱਥੇ ਹੈ ਜੀ, ਤਾਂ ਉਹ ਹੈਗਾ ਜੀ ਨਿਊਯਾਰਕ, ਜਿੱਥੇ UNO ਦਾ ਆਪਦਾ ਹੈ। ਠੀਕ ਹੈ, UNO ਦਾ ਵੀ ਕਿੱਥੇ ਹੈ, ਨਿਊਯਾਰਕ ਹੈ। ਬਾਕੀ ਸਾਰੇ ਆ 5 ਵਾਲਿਆਂ ਦਾ ਵੀ ਕਿੱਥੇ ਜੀ, ਨਿਊਯਾਰਕ ਦੇ ਵਿੱਚ ਹੈ। ਪੁਲਿਸਮੈਨ ਆਫ ਦਾ ਵਰਲਡ ਜੇ ਟਰਮ ਯੂਜ਼ ਕਰੇ, ਪੁਲਿਸਮੈਨ ਬਹੁਤ ਪੁੱਛਿਆ ਜਾਂਦਾ ਪੇਪਰ ਦੇ ਵਿੱਚ। ਪੁਲਿਸਮੈਨ ਆਫ ਵਰਲਡ ਕਿਹਨੂੰ ਕਿਹਾ ਜਾਂਦਾ, ਤਾਂ ਤੁਸੀਂ ਕਹੋਗੇ ਸਿਕਿਉਰਿਟੀ ਕਾਊਂਸਿਲ। ਠੀਕ ਹੈ, UNO ਦੇ ਕੀ ਹੈ ਜੀ 10 ਨੋਨ ਪਰਮਾਨੈਂਟ ਮੈਂਬਰ ਨੇ, 5 ਪਰਮਾਨੈਂਟ ਮੈਂਬਰ ਨੇ। ਠੀਕ ਹੈ, ਇੰਨੀ ਗੱਲ ਕਲੀਅਰ ਹੈ ਜੀ। ਤਾਂ ਜਿਹੜੇ 10 ਨੋਨ ਪਰਮਾਨੈਂਟ ਮੈਂਬਰ ਨੇ, ਜਨਰਲ ਅਸੈਂਬਲੀ ਦੇ ਵਿੱਚ ਹਰੇਕ 2 ਸਾਲ ਬਾਅਦ 2/3 ਮੈਂਬਰ ਹੈ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਨੇ। ਠੀਕ ਹੈ ਜੀ, ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। UNO ਬਣਿਆ ਕਦੋਂ ਜੀ, 24 ਅਕਤੂਬਰ 1945 ਨੂੰ ਬਣਿਆ ਜੀ। ਤਾਂ ਪੇਪਰ 'ਚ ਤੁਹਾਨੂੰ ਇੱਕ ਕੁਐਸਚਨ ਹੋਰ ਪੁੱਛੂਗਾ ਕਿ UNO ਦੇ ਕਿੰਨੇ ਮੈਂਬਰ ਨੇ ਟੋਟਲ, ਤਾਂ ਤੁਸੀਂ ਕਹੋਗੇ ਜੀ 193। ਠੀਕ ਹੈ, ਲੇਟੈਸਟ ਜਿਹੜਾ 193ਵਾਂ ਜਿਹੜਾ ਹੈਗਾ ਉਹ ਕਿਹੜਾ ਜੀ, ਤਾਂ ਉਹ ਹੈਗਾ ਗਾ ਤੁਹਾਡਾ ਸਾਊਥ ਸੁਡਾਨ। ਠੀਕ ਹੈ, ਸਾਊਥ ਸੁਡਾਨ। ਠੀਕ ਹੈ, ਜੇ ਪੇਪਰ 'ਚ ਸੁਡਾਨ ਆ ਜੇ, ਸੁਡਾਨ ਨਹੀਂ ਲਾਉਣਾ ਹੈਗਾ ਤੁਸੀਂ। ਠੀਕ ਹੈ, ਸੁਡਾਨ ਹੋਰ ਚੀਜ਼ ਹੈ, ਸਾਊਥ ਸੁਡਾਨ ਹੋਰ ਕੰਟਰੀ ਹੈ। ਠੀਕ ਹੈ, ਸਾਊਥ ਸੁਡਾਨ ਦੀ ਕੈਪੀਟਲ ਹੈ ਜਿਹੜੀ ਉਹ ਹੈਗੀ ਜੂਬਾ। ਠੀਕ ਹੈ, ਅਤੇ ਜੇ ਸੁਡਾਨ ਪੁੱਛੇ ਇਕੱਲਾ ਤਾਂ ਫਿਰ ਹੈਗੀ ਖਾਰਤੂਮ। ਠੀਕ ਹੈ, ਇੰਨੀ ਗੱਲ ਧਿਆਨ ਦੇ ਵਿੱਚ ਰੱਖਿਓ ਤੁਸੀਂ। ਤਾਂ ਸੈਸ਼ਨ ਲੰਬਾ ਹੋ ਜਾਊਗਾ, ਤਾਂ ਆਪਾਂ ਇੱਥੇ ਆਪਾਂ ਸੈਸ਼ਨ ਦਾ ਅੰਤ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਓ, ਸ਼ੇਅਰ ਕਰਨਾ ਨਾ ਭੁੱਲਿਓ। ਜਿਹੜੀ ਆਪਣੀ ਅਕੈਡਮੀ ਹੈ ਉਹ ਮਾਨਸਾ ਦੇ ਵਿੱਚ ਆਪਾਂ ਆਫਲਾਈਨ ਪ੍ਰੋਪਰ ਸਿਲੇਬਸ ਦੇ ਅਕੋਰਡਿੰਗ ਤਿਆਰੀ ਕਰਵਾਉਂਦੇ ਹਾਂ, ਤਾਂ ਬੱਚੇ ਕੁਐਰੀਜ਼ ਲੈ ਸਕਦੇ ਨੇ। ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਸਾਰੀ ਡਿਟੇਲ ਦਿੱਤੀ ਹੋਈ ਹੈ, ਫ਼ੋਨ ਨੰਬਰ ਵਗੈਰਾ WhatsApp 'ਤੇ ਕੁਐਰੀ ਲੈ ਸਕਦੇ ਨੇ। ਜੇਕਰ ਥੋੜ੍ਹਾ ਜਿਹਾ ਸੈਸ਼ਨ ਦੇ ਵਿੱਚ ਕੀ ਹੈ ਜੀ, ਰਾਈਟਿੰਗ ਹੈ ਜਿਹੜੀ ਉਹ ਇਸ਼ੂ ਆਉਂਦਾ, ਤਾਂ ਕਮੈਂਟ ਦੇ ਵਿੱਚ ਤੁਸੀਂ ਦੱਸ ਸਕਦੇ ਹੋ। ਜੇ ਤੁਹਾਨੂੰ ਸੈਸ਼ਨ ਵਧੀਆ ਲੱਗਿਆ ਤਾਂ ਪਲੀਜ਼ ਆਪਣੀ ਕਮੈਂਟ ਬਾਕਸਾਂ ਦੇ ਵਿੱਚ ਰਾਏ ਜ਼ਰੂਰ ਦਿਆ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।